ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਗਮਗ ਚਾਦਰੇ ਮਨ ਮੋਰਾ मन रे साटो पारम प्रगट होए नाचो क्या माया की दांडे मन रे साटो पारम प्रगट होए नाचो क्या माया के धांडे मन रे साटो पारम प्रगट होए नाचो क्या माया के डांडे या माया के दांडे क्या माया के डांडे या माया के दांडे क्या माया के डांडे या माया के दांडे डगमग चादरे मन मोरा डगमग साट रे मन मोरा डगमग चादरे मन मोरा डगमग साट रे मन मोरा सूरत के संग मुखरत दे डाल पे सती के साजे बांधे सूर के सन मखरन ते डर पे सती के सांचे पांडे सूरत के संग मुखरत दे डाल पे सती के सांचे बांधे सूर के सन मखरन ते डर पे सती के सांचे पांडे सती के साजे बांधे सती के सांचे पांडे सती के सांचे बांधे डगमग चादरे
ਡਗਮਗ ਛਾੜ ਰੇ ਮਨ ਮੋਰਾ ਡਗਮਗ ਛਾੜ ਰੇ ਮਨ ਮੋਰਾ ਡਗਮਗ ਛਾੜ ਰੇ ਮਨ ਮੋਰਾ काम क्रोध माया के लीने या बिक जगत बेगूता काम क्रोध माया के लीने व्यापित जगत बेगूता काम क्रोध माया के लीने या बिक जगत बेगूता काम क्रोध माया के लीने व्यापित जगत बेगूता या बिक जगत बेगूता व्यापित जगत बेगूता या बिक जगत बेगूता डगमग छाड़ रे मन मोरा 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 कह कबीर राजा राम ना छोड़ो सगल ऊंचे ऊंचा कह कबीर राजा राम ना छोड़ो सगल ऊंच ते ऊंचा कह कबीर राजा राम ना छोड़ो सगल ऊंचे ऊंचा कह कबीर राजा राम ना छोड़ो सगल ऊंच ते ऊंचा सगल ऊंचे ऊंचा सगल ऊंच ते ऊंचा सगल ऊंचे डगमग छाड़ रे मन मोरा 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 डगमग छाड़ रे
इन पुत्रन के शीस पर वार दिए सुत चार, चार मुए तो क्या हुआ, जीवत कई हजार। कलगी वालिया तेरे सकूल अंदर मैं ते सुनिया लगदी फीस कोई ना। जाके विख्या जदों सकूल अंदर, जाके विख्या जदों सकूल अंदर पढ़न वालियां दे धड़ां ते सीस कोई ना। जाओ तां प्रेम खिलन का चाओ, सिर धर तली गली मेरी आओ। इत मार्ग पैर तरी जय, सिर दीजै कान न कीजै। आनंद गुणी निधान गुरु गरीब निवाज, गरीब निवाज। सतगुਰਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੇ ਸਰਬਤ ਸਾਧ ਸੰਗਤ ਜੀ, ਉਸ ਪਰਮ ਪਿਤਾ ਸਰਬੰਸ ਦਾਨੀ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਧੰਨ ਮਾਤਾ ਗੁਜਰ ਕੌਰ ਜੀ ਅਤੇ ਹੋਰ ਬੇਅੰਤ ਜਾਨਾਂ ਤੋਂ ਪਿਆਰੇ ਸਿੰਘ, ਜਿਨ੍ਹਾਂ ਦੀ ਮਿੱਠੀ ਯਾਦ ਵਿੱਚ ਪਿਛਲੇ ਕਈ ਦਿਨਾਂ ਤੋਂ ਆਪਾਂ ਜੁੜਦੇ ਆ ਰਹੇ ਹਾਂ। ਅੱਜ ਚੌਥੇ ਦਿਨ ਗੁਰੂ ਚਰਨਾਂ ਵਿੱਚ ਜੁੜੇ ਹਾਂ। ਲੜੀਵਾਰ ਇਤਿਹਾਸ ਜਦੋਂ ਤੋਂ ਸਤਿਗੁਰੂ ਜੀ ਨੇ ਸਰਸਾ ਦੇ ਕਿਨਾਰੇ 'ਤੇ ਪਰਿਵਾਰ ਸਾਰਾ ਵਿਛੜ ਜਾਂਦਾ ਹੈ, ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਜਾਂਦਾ ਹੈ। ਇਸੇ ਤਰ੍ਹਾਂ ਆਪਾਂ ਇੱਕ ਲੜੀ ਨੂੰ ਆਰੰਭ ਕੀਤਾ ਹੋਇਆ। ਧੰਨ ਮਾਤਾ ਗੁਜਰ ਕੌਰ ਅਤੇ ਦੋ ਛੋਟੇ ਸਾਹਿਬਜ਼ਾਦੇ, ਜਿਹੜੇ ਚਲਦੇ ਚਲਦੇ ਸਰਹੰਦ ਤੱਕ ਪਹੁੰਚ ਜਾਂਦੇ ਆ। ਦੋ ਪੇਸ਼ੀਆਂ ਜਿਹੜੀਆਂ ਸੂਬੇ ਦੀ ਕਚਹਿਰੀ ਦੇ ਵਿੱਚ ਸਾਹਿਬਜ਼ਾਦਿਆਂ ਦੀਆਂ ਪੈ ਜਾਂਦੀਆਂ ਨੇ, ਔਰ ਉੱਥੇ ਆ ਕੇ ਉਹ ਫੈਸਲਾ ਕਰਦੇ ਆ ਜੋ ਆਪਾਂ ਭਗਤ ਕਬੀਰ ਜੀ ਦਾ ਸ਼ਬਦ ਸਰਵਣ ਕੀਤਾ ਹੈ, ਡਗਮਗ ਛਾੜ ਰੇ ਮਨ ਮੋਰਾ। ਡਗਮਗ ਹੁੰਦਾ ਸਾਧ ਸੰਗਤ ਜੀ ਕਿਸੇ ਗੱਲ 'ਤੇ ਜੱਕਾਂ ਤਾਕਾਂ ਕਰਨੀਆਂ, ਕਿਸੇ ਗੱਲ 'ਤੇ ਦੋ ਚਿੱਤਾ ਮਨ ਹੋ ਜਾਣਾ ਵੀ ਕਰੀਏ ਨਾ ਕਰੀਏ, ਜੱਕਾਂ ਤੱਕਾਂ ਕਰਨੀਆਂ। ਉਹ ਸਾਰਿਆਂ ਦਾ ਮਤਲਬ ਹੈ ਡਗਮਗਾਉਣਾ, ਡਗਮਗ ਕਰਨਾ। ਭਗਤ ਦੀ ਬਾਣੀ ਵਿੱਚ ਉਪਦੇਸ਼ ਦੇ ਰਿਹਾ ਵੀ ਐ ਮਨਾ, ਹੁਣ ਡਗਮਗਾਉਣਾ ਛੱਡ ਦੇ
ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸਿੰਦੌਰਾ। ਸਿੰਦੌਰਾ ਸ਼ਬਦ ਵਰਤਿਆ ਗਿਆ ਹੈ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕਿਸੇ ਇਸਤਰੀ ਦਾ ਪਤੀ ਚੜ੍ਹਾਈ ਕਰ ਜਾਂਦਾ ਤੇ ਉਹਦੇ ਘਰਵਾਲੀ ਨੂੰ ਜਿਉਂਦੀ ਨੂੰ ਚਿਖਾ ਦੇ ਵਿੱਚ ਸਾੜਿਆ ਜਾਂਦਾ ਸੀ। ਉਹਦਾ ਨਾਮ ਸੀ ਸਤੀ ਪ੍ਰਥਾ, ਕਿ ਸਤੀ ਹੋ ਜਾਣਾ ਪਤੀ ਦੇ ਨਾਲ। ਭਾਵੇਂ ਕਿ ਇਹ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਸੀ ਉਦੋਂ ਅਕਬਰ ਤੋਂ ਕਹਿ ਕੇ ਇਹ ਜਿਹੜਾ ਕਾਨੂੰਨ ਬਣਿਆ ਹੋਇਆ ਸੀ ਦੇਸ਼ ਵਿੱਚ, ਇਹਨੂੰ ਬੰਦ ਕੀਤਾ। ਪਰ ਉਹ ਪ੍ਰਥਾ ਕੀ ਹੁੰਦੀ ਸੀ ਕਿ ਜਦੋਂ ਸਤੀ ਹੋਣ ਵਾਸਤੇ ਇਸਤਰੀ ਨੇ ਜਾਣਾ ਹੁੰਦਾ ਸੀ, ਉਹਦੇ ਹੱਥ ਵਿੱਚ ਇੱਕ ਥਾਲ ਫੜਾਇਆ ਜਾਂਦਾ ਜਿਹਦੇ ਵਿੱਚ ਸਮੱਗਰੀ ਪਾਈ ਹੁੰਦੀ ਸੀ। ਉਹ ਸਮੱਗਰੀ ਜਿਹਦੇ ਵਿੱਚ ਨਾਰੀਅਲ, ਸੰਧੂਰ, ਹੋਰ ਕਈ ਤਰ੍ਹਾਂ ਦਾ ਸਮਾਨ, ਉਹਨੂੰ ਕਿਹਾ ਜਾਂਦਾ ਸੀ ਸਿੰਦੌਰਾ। ਤੇ ਭਗਤ ਜੀ ਉਹ ਇੱਕ ਉਦਾਹਰਨ ਦੇ ਰਹੇ ਆ ਵੀ ਜਦੋਂ ਬੰਦਾ ਜੰਗ ਦੇ ਵਿੱਚ ਜਾਂਦਾ ਨਾ, ਉਦੋਂ ਉਹਨੂੰ ਇਉਂ ਜਾਣਾ ਪੈਂਦਾ ਜਿਵੇਂ ਸਤੀ ਹੋਣ ਵਾਸਤੇ ਇਸਤਰੀ ਆਪਣੇ ਹੱਥ ਵਿੱਚ ਥਾਲ ਲੈ ਕੇ ਸਿੰਧੌਰਾ ਲੈ ਕੇ ਜਾਂਦੀ ਹੈ। ਕਿਉਂਕਿ ਜਦੋਂ ਇੱਕ ਵਾਰੀ ਉਹਦੇ ਹੱਥ ਵਿੱਚ ਸਿੰਧੌਰਾ ਉਹ ਆ ਜਾਂਦਾ ਹੈ, ਮਗਰੋਂ ਉਹ ਜਗ੍ਹਾ ਤੱਕ ਨਹੀਂ ਕਰ ਸਕਦੀ ਕਿ ਜੇ ਮੈਂ ਰੁਕ ਜਾਵਾਂ। ਉਦਾਹਰਨ ਦਿੰਦੇ ਕਹਿੰਦੇ ਸੂਰ ਕੇ ਸਨਮੁਖ ਰਨ ਤੇ ਡਰ ਪੈ ਸਤੀ ਕੇ ਸੱਚ ਹੈ ਭੰਡ ਹੈ। ਕਹਿੰਦੇ ਫਿਰ ਉਹ ਸੂਰਮਾ ਕਾਹਦਾ ਹੈ? ਜਿਹੜਾ ਸਾਹਮਣੇ ਰਨ ਹੋਵੇ, ਸਾਹਮਣੇ ਰਨ ਭੂਮੀ ਹੋਵੇ, ਜੰਗ ਹੋਵੇ ਤੇ ਵੇਖ ਕੇ ਪਿੱਛੇ ਮੁੜ ਜਾਵੇ। ਕਹਿੰਦੇ ਉਹ ਫਿਰ ਸਤੀ ਨਹੀਂ ਕਹਾਉਂਦੀ ਜੇ ਹੱਥ ਵਿੱਚ ਸੰਧੌਰਾ ਵੀ ਲਿਆ ਹੋਵੇ ਤੇ ਅੱਗ ਮੱਚਦੀ ਵੇਖ ਕੇ ਮਗਰ ਆ ਜਾਵੇ। ਸੰਚੈ ਭਾਂਡੇ, ਕਹਿੰਦੇ ਇਹ ਕਹਿੰਦੇ ਵੀ ਮੈਂ ਫੇਰ ਹੁੰਦੀ ਹਾਂ, ਪਹਿਲਾਂ ਮੈਂ ਸੰਚੈ ਭਾਂਡੇ ਵੀ ਮੈਂ ਭਾਂਡੇ ਸਾਫ਼ ਕਰ ਆਵਾਂ ਘਰ ਦੇ। ਕਹਿੰਦੇ ਉਹ ਸਤੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਉਦਾਹਰਨ ਦਿੰਦੇ ਆ ਇੱਕ ਕਿ ਸੂਰਮਾ ਵੀ ਉਹ ਨਹੀਂ ਹੈ ਜੰਗ ਵਿੱਚ ਜਾ ਰਿਹਾ ਹੋਵੇ ਤੇ ਜਾਂਦਿਆਂ ਹੋਇਆਂ ਕਹਿੰਦਾ ਵੀ 2 ਮਿੰਟ ਰੁਕ ਜਾਓ, ਮੈਨੂੰ ਕੋਈ ਭੁੱਖ ਲੱਗੀ ਆ, ਖਾ ਕੇ ਆਵਾਂ। ਇਹ ਪਹਿਲਾਂ ਸਾਡਾ ਇਤਿਹਾਸ ਵਿਗਾੜਿਆ ਵੀ ਗਿਆ ਸੀ ਕਿ ਸਾਹਿਬਜ਼ਾਦਾ ਅਜੀਤ ਸਿੰਘ ਜਦੋਂ ਜੰਗ ਵਿੱਚ ਲੜ ਰਿਹਾ ਸੀ ਨਾ, ਕਹਿੰਦੇ ਵਿੱਚੋਂ ਪਾਣੀ ਪੀਣ ਵਾਸਤੇ ਫਿਰ ਆ ਗਿਆ ਸੀ। ਤੇ ਸਾਧ ਸਿੰਘ ਇੱਕ ਦੁਨਿਆਵੀ ਹੈ ਵੀ 2 ਬੰਦੇ ਹੀ ਗੁਆਂਢੀ ਲੜ ਰਹੇ ਹੋਣ ਤੇ ਇੱਕ ਨੂੰ ਪਿਆਸ ਲੱਗੀ ਹੋਗਾ ਵੀ ਰੁਕੀ ਭਰਾਵਾ ਮੈਂ ਪਾਣੀ ਪੀ ਆਵਾਂ, ਪਾਣੀ ਪੀਣ ਦੇਵੇਗਾ ਵੀ ਪਹਿਲਾਂ ਤੈਨੂੰ ਮੈਂ ਪਿਉਣਾ ਪਾਣੀ। ਵੀ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਜੰਗ ਦੇ ਵਿੱਚ ਸਾਹਮਣੇ ਹੋਵੇ ਤੇ ਉਦੋਂ ਉਹ ਡੋਲ ਜਾਵੇ, ਕਹਿੰਦੇ ਉਹ ਸੂਰਮਾ ਨਹੀਂ ਮੰਨਿਆ ਜਾਂਦਾ। ਤਾਂ ਹੀ ਮਹਾਰਾਜ ਕਹਿੰਦੇ ਨੇ ਬਾਣੀ ਵਿੱਚ ਵੀ ਹੈ ਮਨਾਂ ਡਗ ਮੰਗਾਉਣਾ ਛੱਡ ਦੇ। ਇਹ ਸਿੱਖੀ ਦਾ ਰਸਤਾ ਤਾਂ ਐਸਾ ਹੈ ਜਿਵੇਂ ਸਿੰਧੌਰਾ ਲੈ ਕੇ ਇਸਤਰੀ ਚੱਲ ਪੈਂਦੀ ਹੈ ਨਾ ਕਿ ਉਹਨੇ ਫਿਰ ਸਤੀ ਹੋਣਾ ਹੀ ਹੈ। ਇਹ ਮਾਰਗ ਹੀ ਐਸਾ, ਤਾਂ ਹੀ ਕਹਿ ਦਿੱਤਾ ਵੀ ਜਉ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਜਦੋਂ ਸਾਧ ਸੰਗਤ 1699 ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਪਾਨ ਕਰਾਇਆ, ਉਦੋਂ ਬਾਹਰ ਬਹੁਤ ਵੱਡੇ ਤੰਬੂ ਖੇਮੇ ਲਾਏ ਗਏ। ਉਹਦੇ ਚਾਰੇ ਸਫੇਰੇ ਇਹ ਪੰਗਤੀਆਂ ਲਿਖ ਕੇ ਲਾਈਆਂ ਹੋਈਆਂ, ਕਿਤੇ ਕਿਤੇ ਲਾਈਆਂ ਗਗਨ ਦਾ ਮਾਮਾ ਬਾਜਿਓ, ਪਰਿਓ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ, ਸੂਰਮਾ ਜੂਝਣ ਕੋ ਦਾਓ, ਕਦੇ ਲਿਆ ਪੁਰਜਾ ਪੁਰਜਾ ਕੱਟ ਮਰੇ। ਲੋਕ ਸਾਰੇ ਵੇਖ ਵੇਖ ਕੇ ਹੈਰਾਨ ਵੀ ਇਹੋ ਜਿਹੀਆਂ ਮਰਨ ਵਾਲੀਆਂ ਹੀ ਪੰਗਤੀਆਂ ਸਾਰੀਆਂ ਲਿਖੀਆਂ ਪਈਆਂ, ਚਾਰੇ ਪਾਸੇ ਇਹੋ ਜਿਹੀਆਂ ਡਰਾਉਣ ਵਾਲੀਆਂ ਪੰਗਤੀਆਂ ਲਿਖੀਆਂ ਹੋਈਆਂ ਨੇ। ਜੇ ਇਸ ਰਸਤੇ ਆਉਣਾ ਤੇ ਸਿਰ ਤਲੀ ਤੇ ਰੱਖ ਕੇ ਆ, ਕਿਉਂਕਿ ਉਹ ਮਹਾਰਾਜ ਨੇ ਪ੍ਰਤੱਖ ਕਰਕੇ ਵਿਖਾਇਆ। ਪੰਜਾਂ ਦੇ ਸੀਸ ਲਏ ਤੇ ਸੀਸ ਲੈ ਕੇ ਫਿਰ ਉਹਦੇ ਬਦਲੇ ਦੇ ਵਿੱਚ ਅੰਮ੍ਰਿਤ ਦੀ ਦਾਤ ਦਿੱਤੀ ਹੈ। ਤਾਂ ਮਹਾਰਾਜ ਕਹਿੰਦੇ ਆ ਵੀ ਜਦੋਂ ਇਸ ਰਸਤੇ ਉੱਪਰ ਚੱਲੇ ਪਏ ਫਿਰ ਪਤਾ ਨਹੀਂ ਤੈਨੂੰ ਸੀਸ ਵੀ ਤਲੀ ਤੇ ਰੱਖਣਾ ਪੈ ਜਾਵੇ, ਪਤਾ ਨਹੀਂ ਕੀ ਕੀ ਕਸ਼ਟ ਵੀ ਝੱਲਣੇ ਪੈਣ। ਗੁਰ ਸਿੱਖੀ ਬਾਰੀਕ ਹੈ। ਭਾਈ ਗੁਰਦਾਸ ਜੀ ਵੀ ਲਿਖਦੇ ਆ, ਕਹਿੰਦੇ ਗੁਰ ਸਿੱਖੀ ਬੜੀ ਬਰੀਕ ਹੈ। ਇੱਥੋਂ ਤੱਕ ਲਿਖਿਆ ਕਹਿੰਦੇ ਜਿਵੇਂ ਤਿਲ ਦਾ ਦਾਣਾ ਹੁੰਦਾ ਨਾ, ਕਦੇ ਤਿਲ ਦੇ ਦਾਣੇ ਵਾਂਗ ਕਈ ਵਾਰੀ ਤੈਨੂੰ ਪੀਸਣਾ ਵੀ ਪੈ ਜਾਂਦਾ ਹੈ। ਔਰ ਇਹ ਸਭ ਕੁਝ ਹੋਇਆ ਵੀ ਹੈ। ਸੀਸ ਕਟਾਉਣੇ ਵੀ ਪਏ ਆ, ਸੀਸ ਤਲੀਆਂ ਤੇ ਵੀ ਰੱਖਣਾ ਪਿਆ, ਪੀਸਣਾ ਵੀ ਪਿਆ, ਟੁਕੜੇ ਟੁਕੜੇ ਵੀ ਕਰਾਉਣੇ ਪਏ ਆ। ਇਹ ਸਿੱਖੀ ਦੇ ਵਿੱਚ ਸਾਰਾ ਕੁਝ ਸਹਿਣਾ ਪਿਆ। ਇਸੇ ਤਰ੍ਹਾਂ ਆਪਾਂ ਸਾਹਿਬਜ਼ਾਦਿਆਂ ਦਾ ਜਿਹੜਾ ਇਤਿਹਾਸ ਹੈ ਉਹ ਸਰਵਣ ਕਰ ਰਹੇ ਸੀ। ਤੇ ਜਦੋਂ ਦੂਸਰੀ ਪੇਸ਼ੀ ਹੋ ਜਾਂਦੀ ਹੈ, ਉਹਨਾਂ ਦੀ ਮੌਤ ਮੁਕਰਰ ਕੀਤੀ ਜਾਂਦੀ ਹੈ। ਕਾਜੀ ਵੱਲੋਂ ਇਹ ਫਤਵਾ ਲੱਗ ਜਾਂਦਾ ਹੈ ਕਿ ਭਲਕੇ ਜੋ ਦਿਨ ਆਏਗਾ 13 ਪੋਹ, ਕਿ 13 ਪੋਹ ਵਾਲੇ ਦਿਨ ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇਗਾ।
ਇਹ ਸੰਦੇਸ਼ਾ ਮਿਲਦਾ ਹੈ ਤੇ ਸਾਹਿਬਜ਼ਾਦਿਆਂ ਨੂੰ ਦੁਬਾਰਾ ਸਿਪਾਹੀ ਛੱਡਣ ਵਾਸਤੇ ਫਿਰ ਠੰਡੇ ਬੁਰਜ ਵਾਲੀ ਥਾਂ ਤੇ ਆਉਂਦੇ ਆ। ਜਦੋਂ ਉੱਥੇ ਸਾਧ ਸੰਗ ਆਉਂਦੇ ਨੇ, ਬੜੇ ਖੁਸ਼ੀ ਦੇ ਨਾਲ, ਚਾਵਾਂ ਦੇ ਨਾਲ ਮਾਤਾ ਗੁਜਰ ਕੌਰ ਜੀ ਨੂੰ, ਆਪਣੀ ਦਾਦੀ ਮਾਂ ਨੂੰ ਮਿਲਦੇ ਆ। ਚਿਹਰਿਆਂ ਤੇ ਖੁਸ਼ੀ ਵੇਖ ਕੇ ਅੱਜ ਫਿਰ ਦਾਦੀ ਮਾਂ ਪੁੱਛਦੀ ਹੈ ਕਿ ਪੁੱਤਰਿਓ, ਅੱਜ ਦੂਸਰੇ ਦਿਨ ਦੀ ਕਚਹਿਰੀ ਵਿੱਚ ਗਏ ਸੀ, ਅੱਜ ਤੁਹਾਡੇ ਕਚਹਿਰੀ ਦੇ ਵਿੱਚ ਕੀ ਫੈਸਲਾ ਹੋਇਆ ਹੈ? ਅੱਜ ਕਚਹਿਰੀ ਦੇ ਵਿੱਚ ਸੂਬੇ ਨੇ ਤੁਹਾਨੂੰ ਕੀ ਹੁਕਮ ਸੁਣਾਇਆ ਹੈ? ਤੇ ਸਾਧ ਸੰਗਤ ਜੀ ਉਦੋਂ ਫਿਰ ਸਾਰੀਆਂ ਗੱਲਾਂ ਦੱਸਦੇ ਆ ਜੋ ਆਪਾਂ ਕੱਲ੍ਹ ਸਰਵਣ ਕੀਤੀਆਂ। ਮਲੇਰਕੋਟਲੇ ਵਾਲਾ ਨਵਾਬ ਗੁੱਸੇ ਹੋ ਕੇ ਵੀ ਚਲਾ ਜਾਂਦਾ ਕਿ ਮੈਂ ਇਹ ਪਾਪ ਨਹੀਂ ਕਰ ਸਕਦਾ, ਮੈਂ ਬੱਚਿਆਂ ਨੂੰ ਸ਼ਹੀਦ ਨਹੀਂ ਕਰ ਸਕਦਾ। ਤੇ ਅਖੀਰ ਬੱਚੇ ਹੱਸ ਕੇ ਕਹਿੰਦੇ ਆ, ਮਾਤਾ ਦਾਦੀ ਮਾਂ, ਅੱਜ ਤੇ ਅਸੀਂ ਆਪਣੀ ਜ਼ਿੰਦਗੀ ਦਾ ਫੈਸਲਾ ਕਰ ਆਏ ਹਾਂ। ਅਖੀਰਲਾ ਜਿਹੜਾ ਫੈਸਲਾ ਹੈ ਅਸੀਂ ਉਹ ਕਰਕੇ ਅੱਜ ਆਏ ਹਾਂ। ਅੱਜ ਅਸੀਂ ਉਹ ਸਿੱਖੀ ਦੇ ਸਕੂਲ ਵਿੱਚੋਂ, ਸਿੱਖੀ ਦੀਆਂ ਕਲਾਸਾਂ ਵਿੱਚੋਂ ਪਾਸ ਹੋ ਗਏ ਹਾਂ। ਭਲਕੇ ਤੇ ਸਾਡਾ ਐਗਜ਼ਾਮ ਵਾਲਾ ਦਿਨ ਹੈ। ਅੱਜ ਅਸੀਂ ਉਹਦੇ ਵਿੱਚੋਂ ਸਾਡਾ ਜਿਹੜਾ ਫੈਸਲਾ ਹੈ ਉਹ ਹੋ ਚੁੱਕਿਆ ਹੈ। ਇਉਂ ਆ ਕੇ ਦਾਦੀ ਮਾਂ ਨੂੰ ਸਾਧ ਸੰਗਤ ਜੀਓ ਦੋਨੇ ਸਾਹਿਬਜ਼ਾਦੇ ਆ ਕੇ ਪਿਆਰ ਦੇ ਨਾਲ ਦਾਦੀ ਮਾਂ ਨੂੰ ਦੱਸਦੇ ਆ ਕਿ ਅੱਜ ਸਾਡਾ ਕੀ ਉਸ ਸਭਾ ਦੇ ਵਿੱਚ, ਕਚਹਿਰੀ ਵਿੱਚ ਫੈਸਲਾ ਹੋਇਆ ਹੈ। ਸੂਬੇ ਦੀ ਕਚਹਿਰੀ ਚੋਂ ਅੰਮੀਏ ਫਤਿਹ ਬੁਲਾ ਕੇ ਆਏ ਹਾਂ। ਸੂਬੇ ਦੀ ਕਚਹਿਰੀ ਚੋਂ ਅੰਮੀਏ ਫਤਿਹ ਬੁਲਾ ਕੇ ਆਏ ਹਾਂ। ਅਸੀਂ ਨੀਹਾਂ ਵਿੱਚ ਆਪਣੀ ਨਿਯਮੀਏ ਮੌਤ ਲਿਖਾ ਕੇ ਆਏ ਹਾਂ। ਅਸੀਂ ਨੀਹਾਂ ਵਿੱਚ ਆਪਣੀ ਨਿਯਮੀਏ ਮੌਤ ਲਿਖਾ ਕੇ ਆਏ ਹਾਂ। ਸੂਬੇ ਦੀ ਕਚਹਿਰੀ ਚੋਂ ਨਿਯਮੀਏ ਫਤਿਹ ਬੁਲਾ ਕੇ ਆਏ। ਅਸੀਂ ਨੀਹਾਂ ਵਿੱਚ ਆਪਣੀ ਨਿਯਮੀਏ ਮੌਤ ਲਿਖਾ ਕੇ ਆਏ ਹਾਂ। ਅਸੀਂ ਨੀਹਾਂ ਵਿੱਚ ਆਪਣੀ ਨਿਯਮੀਏ ਮੌਤ ਲਿਖਾ ਕੇ ਆਏ ਹਾਂ। ਤੇਰੀ ਸਿੱਖਿਆ ਪੱਲੇ ਬੰਨੀਏ, ਨਾ ਇਣ ਕਿਸੇ ਦੀ ਮੰਨੀਏ। ਤੇਰੀ ਸਿੱਖਿਆ ਪੱਲੇ ਬੰਨੀਏ, ਨਾ ਇਣ ਕਿਸੇ ਦੀ ਮੰਨੀਏ। ਅਸੀਂ ਮੌਤ ਫਰਿਸ਼ਤੇ ਨੂੰ ਨਿਯਮੀਏ ਯਾਰ ਬਣਾ ਕੇ ਆਏ ਹਾਂ। ਅਸੀਂ ਮੌਤ ਫਰਿਸ਼ਤੇ ਨੂੰ ਅੰਮੀਏ ਯਾਰ ਬਣਾ ਕੇ ਆਏ ਹਾਂ। ਅਸੀਂ ਨੀਹਾਂ ਵਿੱਚ ਆਪਣੀ ਨਿਯਮੀਏ ਮੌਤ ਲਿਖਾ ਕੇ ਆਏ ਹਾਂ। ਅਸੀਂ ਨੀਹਾਂ ਵਿੱਚ ਆਪਣੀ ਨਿਯਮੀਏ ਮੌਤ ਲਿਖਾ ਕੇ ਆਏ ਹਾਂ। ਸੂਬੇ ਦੀ ਕਚਹਿਰੀ ਚੋਂ ਨਿਯਮੀਏ ਫਤਿਹ ਬੁਲਾ ਕੇ ਆਏ ਹਾਂ। ਕੱਲ ਨੀਹਾਂ ਵਿੱਚ ਖਲੋ ਜਾਣਾ, ਅੱਖੀਆਂ ਤੋਂ ਓਲੇ ਹੋ ਜਾਣਾ। ਕੱਲ ਨੀਹਾਂ ਵਿੱਚ ਖਲੋ ਜਾਣਾ, ਅੱਖੀਆਂ ਤੋਂ ਓਲੇ ਹੋ ਜਾਣਾ। ਦਾਦੇ ਕੋਲ ਜਾਣ ਲਈ ਨਿਯਮੀਏ, ਦਾਦੇ ਕੋਲ ਜਾਣ ਲਈ ਨਿਯਮੀਏ ਰਾਹ ਬਣਾ ਕੇ ਆਏ ਹਾਂ। ਨੀਹਾਂ ਵਿੱਚ
अज अपनी नी अम्मीए मौत लिखा के आए हाँ सूबे दी कचहरी चों नी अम्मीए फतेह बुला के आए हाँ असी नीहां विच अपनी नी अम्मीए मौत लिखा के आए हाँ असी नीहां विच अपनी नी अम्मीए मौत लिखा के आए असी मौत लिखा के आए हाँ असी मौत लिखा के आए हाँ। क्यों दसदी है दादी मां अज कचहरी दे विचों असी अपनी मौत लिखवा के आए हैं। भाव की है कि कल नूं जिहड़ा दिन चढ़ेगा सानू नीहां दे विच चिन्ह दिता जाएगा और सदा वास्ते असी तेरियां नज़रां तो दूर हो जाना। जदों ये गल दादी मां सुनदी है ठंडा होंका भरदी है, भावें डोलण वाली नहीं है। बड़े दुख ने अपने जिंदगी दे विच अपने शरीर के उपर झल्ले हुए ने। सारी रात उस तरह पोतरियां नूं प्रेम दे नाल बड़ियां दीयां कथा कहानियां सुना के गुरबाणी के शब्द सुना के कीर्तन सोला सुनाउंदी है, बाणी पढ़ती है। इस तरह लियाड़ ते प्यार नाल फिर उन्होंने रात सारी उस तरह गुजारती है। जदों 13 पोह वाला दिन हुंदा है अज सवेरे दादी मां ने फिर ठाया पुत्रे उठो अज वो घड़ियां वो दिन वो समा आ गया है जिहड़ा तुसीं सदा वास्ते अलविदा कह जाना है। अगे तो हर रोज़ जाते कचहरी विच वापस मैनूं आस हुंदी सी भी शाम तक मेरे कोल वापस आउणगे, पर अज दी कचहरी विच तुसीं गए दोबारा वापस नहीं आउणा। ठाया है इतिहास लिखदा कहंदे दादी मां ने केस वाहे है, जूड़े कीते है, तैयार कीते है, हथ मूँह धोता क्योंकि नहाउण दा तां कोई वजह आपां देखिआ प्रबंध ही नहीं है, कैद विच बंद कीते हुए ने। तो इतिहासकार लिखते हैं कि उस टाइम माता ने नाल जिहड़े एक पोटली एक झोली दे विच कपड़े पाए सन, नीले वस्त्र पाए हुए सन साहिबजादियां दे। नील झगरियां उहनूं कहा बाणी विच। कहंदे वो नीले वस्त्र कढ़ के दोहां साहिबजादियां नूं नीलियां दस्तारां बाणे पवा के तैयार कीता। निक्कियां निक्कियां कलगियां उन्हां दे सिरां दे उपर लाइयां, बड़े सोहणे सोहणे तैयार कीते है। जदों साहिबजादे तैयार हो गए, नीले वस्त्र पाए हुए ने, दस्तारां बन्नियां हुई, कलगियां लगियां हुई ने, तो उदों फिर आपां कल इतिहास सुनिया ना माता जीतां दी माता जीत कौर दा कि वो निक्के हुंदे साहिबजादे नूं माता गुजरी की झोली विच पा के चली गई सी। ते अज फिर जदों साहिबजादे तैयार होए ने उदों दादी मां नूं अपनी नूंह ਅਤੇ बाबा फतेह सिंह जी की माता माता जीतां याद फिर आउंदी है, ख्यालों के विच याद करती है कि जेकर अज जीतां तूं जिउंदी हुंदी, वेख तेरे पुत्र अज किन्ने सोहणे लगदे ने, किन्नियां इन्हां दे चेहरिਆਂ ਦੇ ਉੱਪਰ लालियां आईयां ने, कलगियां निक्कियां निक्कियां इन्हां दे चेहरिਆਂ ਦੇ ਉੱਪਰ शोभा पाउंदियां ने। जे अज हुंदी तूं आप वेखदी जिवें वड्डे साहिबजादियां वेले गुरु कलगीधर पातशाह जी ख्याल करते सन कि बाबा अजीत सिंह जी की 17 साल की उम्र हो चुकी सी उदों, ते गुरु गोबिंद सिंह की भी साडी 17 साल की उम्र च हुई सी। उदों वो भी याद करते हैं कि ऐ सुंदरी सुंदर कौर जे अज तूं याद करती कहती होंदी सी भी सच्चे पातशाह अपना साहिबजादा हुण जवान हो गया, इहदे वास्ते कोई वर लभीए, इहदे वास्ते लड़की लभी तो इहदा विआह कर दईए। कहते पातशाह भी याद करते है माता सुंदर कौर अज तूं हुंदी ते सचमुच वेख तेरे दोने पुत्र घोड़ी चढ़ रहे है, जंज वास्ते तैयार होए ने। जे तूं हुंदी ते अज अखी वेख लैंदी तेरे पुत्रां नूं जंज चढ़दियां होइआं। इस तरह अज माता गुजर कौर जी अपनी नूंह नूं ख्यालां विच याद कीता है कि जीतां राणीए जे अज तूं कोल हुंदी ते अपने ये दोहें छोटे साहिबजादिआं नूं अपने अखां दे नाल वेख लैंदी। आके वेख लै जीतानी लाल तेरे मौत व्यावण चले, आके वेख लै
लाल तेरे मौत व्यावण चले, आके वेख ले आके वेख ले जीतानी, लाल तेरे मौत व्यावण चले, आके वेख ले जीतानी, लाल तेरे मौत व्यावण चले, आके वेख ले मौत व्यावण चले, लाल मौत व्यावण चले, अज मौत व्यावण चले, अज मौत व्यावण चले, आके वेख ले जीतानी, लाल तेरे मौत व्यावण चले, आके वेख ले जीतानी, लाल तेरे मौत व्यावण चले, आके वेख ले लाल तेरे मौत व्यावण चले। क्यों ख्यालों में याद करदी है कि जीता राणी आकी अज दीदार कर तेरे निक्के निक्के बच्चों दे, तेरे लाला ने मुखड़े वेख अज सिरां दे उपर किन्नियां कलगियां शोभा पाउंदियां ने, चेहरे किवें इन्हां दे गदगद करदे ने, लालियां चढ़ियां होईयां ने। क्यों ख्यालों में डुੱਬी है उन्हें देर नूं सिपाही आ जांदा है, आके आवाज़ मारदा मां तेरे पोतिਆਂ ਨੂੰ ਤੋਰ। सभा लगी हुई है, लोग इकट्ठे होए ने, इन्हां नूं ਤੋਰ उत्ते सद रहे आ, सूबा फिर उत्ते सद रहा है। साध संगत जी हुण आखिरी वार दादी मां घुट-घुट के दोहां पोतरिਆਂ ਨੂੰ गल दे नाल लाउंदी है, उन्हां दे मत्थे चुंमदी है, उन्हां नाल प्यार करदी है कि अज ये अखीरली वार दीयां जफ्फियां ने, अखीरली वार दा प्यार है। अगे तो तोरदी हुंदी सी, वापस आ जांदी सी शाम नूं फिर कचहरी विचों, पर अज इहो जिहा विछोड़ा है कि दोबारा नहीं मिलना। तैयार कीता सिपाही आवाज़ां मारदियां माता देर ना ला, छेती कर, बहुत इकट्ठ होया है लोगों का, उत्थे सूबा बुला रहा है, छेती भेज इन्हां नूं, देर ना ला। दोने साहिबजादे माता जी दे पैरीं हथ लाया, सिर दे उपर हथ रखिया, माता ने तोड़ दिते है। जदों तुरे आ ना थोड़ा जिहा पौड़ी एक उतर लगे बुरज तो, बाबा फतेह सिंह जी मुड़ के फिर दादी मां दे कोले आ जाता है। एक बारी दादी मां ने ख्याल आउंदा भी की गल है पुत्रिया तू वापस क्यों मुड़िया है। कहंदे निक्का साहिबजादा आके दादी मां नूं फिर गड़बड़ी पाउंदा है ते आके कुछ बोल बोलदा है जिहड़े कवियां ने अपनियां कवितावां विच लिखे है। आउंदा है कोले जफ्फी पा के कहंदा है तुर पे दोवें लाडले जद फतेह बुला के, वार आखिरी मां दे चरनी हथ ला के। जदों दोवें साहिबजादे अज अखीरी वार की फतेह बुलाई है दादी मां नूं, चरना ते हथ ला के तुरन लगदे है, बूहे विचों परत के बोले मुस्करा के। बूहे दे विचों फिर मुस्करा के मुड़ के आ गया। दादी मां पुछदी है पुत्र फतेह सिंह तू पिछे क्यों मुड़िया हाँ। कहंदे की कहंदा है मां उडीकांगे असीं सचखंड जाके। मां मैं डरिया नहीं, मैं तेनों इन्नी गल नहीं कहण आया मां असीं चले हाँ, असीं सचखंड तेरी उडीक करांगे। मां असीं तां चले जाना, हुण असीं तां तेरे कोले नहीं आउणा, हुण कोई रास्ता तू साडे कोले आवेंगी। असीं वो थां ते चले हाँ जिथों असीं वापस नहीं आ सकते, पर दादी मां तैनूं कहण चले हाँ मां असीं उडीकांगे तू भी सचखंड आ जावी। कहंदे जी क्यों कहंदे है पर ना आउणा तुसां ने बहुता चिर ला के,
ਹੈ ਦਾਦੀ ਮਾਂ ਬਾਹਲਾ ਚਿਰ ਨਾ ਲਾਈ। ਆਪਾਂ ਅੱਗੇ ਸੁਣਿਆ ਨਾ ਵੀ ਬਾਬਾ ਫਤਿਹ ਸਿੰਘ ਦਾ ਪਿਆਰ ਕਿੰਨਾ ਸੀ ਦਾਦੀ ਮਾਂ ਨਾਲ, ਉਹਨੂੰ ਪਾਲਕ ਪੋਤਰਾ ਕਿਹਾ ਜਾਂਦਾ ਹੈ। ਦਾਦੀ ਮਾਂ ਨੇ 6 ਮਹੀਨਿਆਂ ਤੋਂ ਉਹਨੂੰ ਪਾਲਦੀ ਆਉਂਦੀ ਸੀ, ਹਰ ਰਾਤ ਇਕੱਠਿਆਂ ਨੇ ਗੁਜ਼ਾਰੀ ਹੈ। ਪਿੱਛੇ ਆਪਾਂ ਸੁਣਿਆ ਭਾਵੇਂ ਕੁੰਮੇ ਮਾਸਕੀ ਦੀ ਸੰਨ ਵਿੱਚ ਰਹੇ, ਇੱਕ ਮੰਜੇ ਤੇ ਤਿੰਨੇ ਪਏ। ਗੰਗੂ ਦੇ ਘਰ ਰਹੇ, ਇੱਕੋ ਮੰਜੇ ਦੇ ਉੱਪਰ ਤਿੰਨਾਂ ਨੇ ਰਾਤਾਂ ਗੁਜ਼ਾਰੀਆਂ। ਔਰ ਆਨੰਦਪੁਰ ਸਾਹਿਬ ਵਿੱਚ ਵੀ ਜਦੋਂ ਰਾਤ ਨੂੰ ਸੌਂਦੇ ਤੇ ਦਾਦੀ ਮਾਂ ਨਾਲ ਹੀ ਦੋਨੇ ਪੋਤਰੇ ਸੌਂਦੇ ਸੀ। ਤਾਂ ਕਹਿੰਦੇ ਨੇ ਪਰ ਨਾ ਆਉਣਾ ਤੁਸਾਂ ਨੇ ਬਹੁਤਾ ਚਿਰ ਲਾਗੇ, ਥੱਕ ਨਾ ਜਾਈਏ ਅੰਮੀਏ ਅਸੀਂ ਔਸੀਆਂ ਪਾ ਕੇ। ਦਾਦੀ ਮਾਂ ਤੈਨੂੰ ਉਡੀਕਦੇ ਉਡੀਕਦੇ ਅਸੀਂ ਕਿਤੇ ਥੱਕ ਨਾ ਜਾਈਏ। ਤੂੰ ਅੱਜ ਤੱਕ ਇੱਕ ਵੀ ਰਾਤ ਸਾਡੇ ਤੋਂ ਬਗੈਰ ਨਹੀਂ ਸੁੱਤੀ ਤੇ ਅਸੀਂ ਤੇਰੇ ਤੋਂ ਬਗੈਰ ਨਹੀਂ ਸੁੱਤੇ। ਆਪਾਂ ਇਕੱਠੇ ਰਾਤ ਨੂੰ ਸੌਂਦੇ ਸੀ, ਦਿਨੇ ਭਾਵੇਂ ਅਸੀਂ ਸਾਰਾ ਦਿਨ ਖੇਡਦੇ, ਪਰ ਸੌਣ ਦੇ ਟਾਈਮ ਆਪਾਂ ਇੱਕੋ ਥਾਂ 'ਤੇ ਸੌਂਦੇ ਹੁੰਦੇ ਸੀ। ਇਸੇ ਕਰਕੇ ਦਾਦੀ ਮਾਂ ਤੂੰ ਦੇਰ ਨਾ ਲਾਵੀਂ, ਅਸੀਂ ਕਿਤੇ ਤੈਨੂੰ ਉਡੀਕਦੇ ਉਡੀਕਦੇ ਥੱਕ ਨਾ ਜਾਈਏ। ਇਸ ਕਰਕੇ ਮਾਂ ਤੂੰ ਛੇਤੀ ਛੇਤੀ ਆ ਜਾਵੀਂ, ਸਾਡਾ ਜੀ ਨਹੀਂ ਲੱਗਣਾ ਮਾਂ ਛੇਤੀ ਆਉਣਾ। ਦਾਦੀ ਮਾਂ ਤੇਰੇ ਤੋਂ ਬਗੈਰ ਸਾਡਾ ਜੀ ਨਹੀਂ ਲੱਗਣਾ, ਕਿਉਂਕਿ ਤੇਰੇ ਤੋਂ ਬਗੈਰ ਅਸੀਂ ਰਹੇ ਹੀ ਨਹੀਂ ਕਦੇ। ਇਸ ਕਰਕੇ ਮਾਤਾ ਜੀ ਸਾਡਾ ਜੀ ਨਹੀਂ ਲੱਗਣਾ, ਛੇਤੀ ਆਉਣਾ, ਨਹੀਂ ਤਾਂ ਰੁੱਸ ਜੂ ਤੇਰਾ ਫਤਿਹ ਸਿੰਘ ਚਿੱਤ ਪਰਚਾਉਣਾ। ਕਹਿੰਦਾ ਦਾਦੀ ਮਾਂ ਨਹੀਂ ਤਾਂ ਮੈਂ ਰੁੱਸ ਜਾਂਗਾ ਤੇਰੇ ਨਾਲ। ਵੇਖ ਲਾ ਮੈਂ ਅੱਗੇ ਰੁੱਸਦਾ ਹੁੰਦਾ ਸੀ, ਨਿੱਕਾ ਜਿਹਾ ਬੱਚਾ ਨਾ ਆਪਣੇ ਆਮ ਹੀ ਘਰਾਂ 'ਚ ਨਿੱਕੀ ਜਿਹੀ ਗੱਲ 'ਤੇ ਰੁੱਸ ਜਾਂਦੇ ਹੈ ਅਤੇ ਮਾਵਾਂ ਮਗਰ ਮਗਰ ਤੁਰੀਆਂ ਫਿਰਦੀਆਂ ਮਨਾਉਂਦੀਆਂ। ਉਵੇਂ ਹੀ ਇਸ ਤਰ੍ਹਾਂ ਕਹਿ ਰਿਹਾ, ਕਹਿੰਦਾ ਦਾਦੀ ਮਾਂ ਜੇ ਤੂੰ ਦੇਰ ਲਾਤੀ ਨਾ ਅੱਜ ਆਉਣ ਲੱਗੀ ਨੇ, ਮੈਂ ਰੁੱਸ ਜਾਣਾ। ਦੇਖ ਲੈ ਫਿਰ ਤੇਰੇ ਨਾਲ ਮੈਂ ਮੰਨਣਾ ਨਹੀਂ, ਤੂੰ ਮਨਾਵੇਂਗੀ ਮੈਨੂੰ, ਮੈਂ ਮੰਨਣਾ ਨਹੀਂ, ਮੈਂ ਰੁੱਸ ਜਾਵਾਂਗਾ। ਇਸ ਕਰਕੇ ਬਹੁਤੀ ਦੇਰ ਨਾ ਲਾਵੀਂ। ਮਾਂ ਤੇਰੇ ਬਾਝੋਂ ਲੋਰੀਆਂ ਦੇ ਕਿੰਨੇ ਸੁਵਾਣਾ, ਮਾਂ ਤੂੰ ਹਰ ਰੋਜ਼ ਸਾਨੂੰ ਲੋਰੀਆਂ। ਪੁਰਾਣੇ ਸਮੇਂ ਹੁੰਦੇ ਸੀ ਮਾਤਾ ਬੱਚਿਆਂ ਨੂੰ ਆਪਣੇ ਨਾ ਸਾਧ ਸੰਗਤ ਜੀ ਕੋਈ ਸਿੱਖੀ ਇਤਿਹਾਸ ਸੁਣਾਉਂਦੀਆਂ ਸੀ। ਅੱਜ ਕੱਲ੍ਹ ਤਾਂ ਸਮਾਂ ਨਹੀਂ ਰਿਹਾ, ਹੁਣ ਤਾਂ TV ਵਿੱਚ ਜਿਹੋ ਜਿਹਾ ਕੁਛ ਅਸੀਂ ਵਿਖਾਉਣੇ ਆ ਉਹੀ ਜਿਹੇ ਬੱਚੇ ਬਣਦੇ ਆ ਸਾਡੇ। ਕਿਹੜੀ ਮਾਂ ਹੋਊਗੀ ਅੱਜ ਜੇ ਵੇਖੀਏ ਤੇ ਬੱਚੇ ਨੂੰ ਰਾਤ ਨੂੰ ਸੌਣ ਵੇਲੇ ਕਹਿੰਦੀ ਹੋਵੇ ਤੈਨੂੰ ਆਪ ਉੱਥੋਂ ਪੈ, ਮੈਂ ਤੇਰੇ ਕੰਨਾਂ 'ਚ ਕੀਰਤਨ ਸੁੱਧਾ ਕਰਕੇ ਸੁਣਾਉਣੀ ਹੈ। ਬਹੁਤ ਔਖੀ ਅੰਬਲ ਲੱਭਣੀ ਇਹੋ ਜਿਹੀ। ਉੱਡਣਵੇਂ ਤੂੰ ਹੈ ਤਾਂ ਹੈ ਨੇ, ਪਰ ਸਾਰਾ ਕਿਸੇ ਚੀਜ਼ ਦਾ ਬੀਨਾਸ਼ ਨਹੀਂ ਹੁੰਦਾ। ਪਰ ਸਾਧ ਸੰਗਤ ਜ਼ਿਆਦਾ ਗਿਣਤੀ ਉਹਨਾਂ ਦੀ ਹੋਊਗੀ ਜਿਹੜੀਆਂ ਸੀਰੀਅਲ ਦਿਖਾ ਦਿਖਾ ਕੇ ਰਾਤ ਨੂੰ ਸੌਂਦੀਆਂ ਨੇ। ਜਿਹੋ ਜਿਹਾ ਕੁਛ ਗੰਦ ਪਹਿਲੇ ਸਾਡੇ ਦਿਮਾਗ 'ਚ ਭਰਿਆ ਨਾ, ਫਿਰ ਉਹੀ ਨਿਕਲਣਾ ਨਾ। ਫਿਰ ਕਹਿਣਗੇ ਰਾਤ ਨੂੰ ਸੁਪਨੇ ਇਹੋ ਜਿਹੇ ਆਉਂਦੇ ਆ, ਸਾਨੂੰ ਉਹ ਮਿਲਿਆ, ਸਾਨੂੰ ਉਹ ਮਿਲਿਆ। ਸਾਧ ਸੰਗਤ ਜੋ ਕੁਛ ਅੰਦਰ ਹੈ, ਮਹਾਰਾਜ ਨੇ ਬਾਣੀ ਵਿੱਚ ਕਹਿੰਦੇ ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਕਹਿੰਦੇ ਉਹ ਭਾਂਡਾ ਅੱਜ ਹੁਣ ਆਪਣੇ ਪਿਆਮਰੇ 'ਚ ਪੈਸੇ ਪਾਏ ਆ ਤੇ ਪੈਸੇ ਨਿਕਲਣਗੇ। ਇਹਦੇ ਵਿੱਚ ਖੰਡ ਪਾ ਦੇ ਤੇ ਖੰਡ ਨਿਕਲੇਗੀ, ਇਹਦੇ ਵਿੱਚ ਲੂਣ ਪਾ ਦੇ ਤੇ ਲੂਣ ਨਿਕਲੇਗਾ। ਜੋ ਕੁਝ ਇਹਦੇ 'ਚ ਪਾਇਆ ਉਹੀ ਨਿਕਲੇਗਾ। ਜੇ ਇਹਦੇ ਵਿੱਚ ਪਾਵੇਂਗਾ ਲੂਣ ਤੇ ਕਹਿੰਦਾ ਮੈਂ ਮਿਲੇ ਮੈਨੂੰ ਮਿੱਠਾ ਖੰਡ, ਉਹ ਤਾਂ ਹੋ ਨਹੀਂ ਸਕਦਾ। ਇਸੇ ਕਰਕੇ ਸਾਡਾ ਸਰੀਰ ਕਹਿੰਦੇ ਇੱਕ ਭਾਂਡਾ, ਇਹਦੇ ਵਿੱਚ ਜਿਹੋ ਜਿਹਾ ਤੂੰ ਪਾਉਣਾ ਨਾ, ਜੋ ਅਸੀਂ ਅੱਖਾਂ ਨਾਲ ਵੇਖਦੇ ਹਾਂ ਇਹ ਭਾਂਡੇ ਵਿੱਚ ਪੈਂਦਾ, ਜੋ 2 ਕੰਨਾਂ ਨਾਲ ਸੁਣਦੇ ਹਾਂ ਇਹ ਭਾਂਡੇ ਵਿੱਚ ਪੈਂਦਾ ਹੈ, ਜੋ ਸੁੰਘਦੇ ਆ ਨਾ ਨਾਸਕਾ ਦੇ ਰਾਹੀਂ 2 ਨਾਸਾਂ ਉਹ ਵੀ ਸਾਡੇ ਅੰਦਰ ਜਾ ਕੇ ਭਾਂਡੇ ਵਿੱਚ ਪੈ ਰਿਹਾ। ਜੋ ਕੁਝ ਬੋਲਦੇ ਆ ਸਾਰਾ ਦਿਨ ਗੰਦਮੰਦ ਉਹ ਵੀ ਸਾਡੇ ਅੰਦਰ ਜਾ ਕੇ ਪੈਂਦਾ। ਕਿੰਨੇ ਥਾਂ ਨੇ 9 ਦਰਵਾਜ਼ੇ ਆ ਸਰੀਰ ਦੇ ਵਿੱਚ। ਹੁਣ ਵੇਖੋ 7 ਦਰਵਾਜ਼ੇ ਸਾਡੇ ਨੇ, 2 ਅੱਖਾਂ, 2 ਕੰਨ, 4 ਹੋ ਗਏ, 2 ਨਾਸਾਂ 6 ਹੋ ਗਏ, 7ਵਾਂ ਮੂੰਹ। ਆ ਗੱਲ ਦੇ ਉੱਪਰ ਸਾਡੇ 7 ਦਰਵਾਜ਼ੇ ਆ ਔਰ 7 ਦਰਵਾਜ਼ਿਆਂ ਦੇ ਰਾਹੀਂ ਇਸ ਭਾਂਡੇ ਦੇ ਵਿੱਚ ਸਮਾਨ ਜਾ ਕੇ ਪੈਂਦਾ। ਹੁਣ ਆਪੋ ਆਪਣੇ ਅੰਦਰ ਸੋਚ ਕੇ ਵੇਖੋ ਵੀ ਆਪਾਂ ਸਾਰੇ ਦਿਨ ਇਹ 7 ਰਸਤਿਆਂ ਦੇ ਰਾਹੀਂ ਅੰਦਰ ਕੀ ਪਾਇਆ ਭਾਂਡੇ ਦੇ ਵਿੱਚ। ਜੋ ਕੁਝ ਆਪਾਂ ਸਾਰਾ ਦਿਨ ਇਹ 7 ਇੰਦਰੀਆਂ ਦੇ ਰਾਹੀਂ ਇਹ ਭਾਂਡੇ ਵਿੱਚ ਪਾਇਆ ਤੇ ਜਦੋਂ ਬੋਲਾਂਗੇ ਨਾ ਉਹੀ ਕੁਝ ਨਿਕਲੇਗਾ। ਇਸੇ ਕਰਕੇ ਸਾਨੂੰ ਗੁਰੂ ਸਾਹਿਬ ਨੇ ਕਿਹਾ ਜਦੋਂ ਤੂੰ ਆਉਣਾ ਇੱਥੇ ਆ ਕੇ ਸਿਰ ਝੁਕਾਇਆ ਕਰ। ਸਿਰ ਝੁਕਾਉਣਾ ਤਾਂ ਕਿਹਾ ਸਾਨੂੰ ਕਿਉਂਕਿ ਜਦੋਂ ਅਸੀਂ ਸਿਰ ਝੁਕਾਉਣੇ ਆ ਸਾਡੇ 7 ਇੰਦਰੇ ਉਹਦੇ ਅੱਗੇ ਝੁਕਦੇ ਆ। ਮਹਾਰਾਜ ਕਹਿੰਦੇ ਤੇਰੇ 7 ਇੰਦਰੇ ਉਹਦੇ ਅੱਗੇ ਝੁਕ ਜਾਣ ਤੇ ਹੋ ਸਕਦਾ ਤੇਰੀਆਂ ਅੱਖਾਂ ਚੰਗਾ ਵੇਖ ਲੈਣ, ਤੇਰੇ ਭਾਂਡੇ ਵਿੱਚ ਕੁਝ ਚੰਗਾ ਪੈ ਜਾਵੇ।
हो सकदा तेरे कन ठीक हो जाण, क्योंकि बाणी कहती है सरबणों मेरेओ सच्चे सुनने नो पठाए। सच सुनने वास्ते सानू लाया, लोगों की चुगली निंदिया सुनने वास्ते नहीं लाया। कहते तां सिर झुकाया, हो सकदा कन्ना राही कोई गुरबाणी अंदर पै जावे। ये जेबां नूं तां लाया सी, जिहबा जपे ना नाम तिल तिल कर कट्टी। तिल तिल जिन्नी कटदे जे नाम नहीं जपदी। ਤਾਂ ਕਰਕੇ ਸਿਰ ਝੁਕਾਉਣਾ ਹੈ, ਤੇਰੀ ਜੀਭ ਵੀ ਚੰਗਾ ਬੋਲਣ ਲੱਗ ਜਾਵੇ, ਤੇਰੇ ਭਾਂਡੇ ਵਿੱਚ ਕੁਝ ਚੰਗਾ ਪੈ ਜਾਵੇ, ਤਾਂ ਕਰਕੇ ਸੱਤ ਇੰਦਰੇ ਝੁਕਾਉਣ ਵਾਸਤੇ ਸਾਨੂੰ ਸਿਰ ਝੁਕਾਉਣਾ ਪੈਂਦਾ ਹੈ ਕਿ ਇਹ ਸਿਰ ਗੁਰੂ ਨੂੰ ਸਮਰਪਿਤ ਕਰ ਦੇ। ਇਹ ਸੱਤੇ ਇੰਦਰੇ ਗੁਰੂ ਨੂੰ ਦੇ ਦੇ ਕਿ ਸਤਿਗੁਰੂ ਜੀ ਆ ਸੱਤਾਂ ਤੇ ਕਿਰਪਾ ਕਰਦੇ, ਬਾਕੀ ਸਰੀਰ ਤਾਂ ਇਹਨਾਂ ਦੇ ਅਧੀਨ ਵਿੱਚ ਹੀ ਆ। ਇਹ ਚੰਗਾ ਕਰਨ ਲੱਗੇ, ਇਹ ਚੰਗਾ ਸੁਣਨ ਲੱਗੇ, ਇਹ ਚੰਗਾ ਬੋਲਣ ਲੱਗੇ, ਬਾਕੀ ਸਾਰਾ ਭਾਂਡਾ ਇਹਦੇ ਨਾਲ ਹੀ ਚੱਲਦਾ। इस करके महाराज कहते जो पावै भांडे विच वस्त सा निकलै। सारा दिन जो इहदे विच पा रहे हैं उही कुछ बाहर निकलेगा। क्या कोई परे विचारा ये शरीर के वस विच की है। इस करके साध संगतियों महाराज कहते भी चंगा ही सुनीए, चंगा ही वेखीए, चंगा ही बोलीए, तां करके इहदे विच उही कुछ पवेगा। ਤੇ ਆਪਣੀ ਗੱਲ ਚੱਲੀ ਸੀ ਵੀ ਮਾਂ ਲੋਰੀਆਂ ਦੇ ਕੇ ਸਵਾਉਂਦੀ ਹੁੰਦੀ ਸੀ, ਕਿਉਂਕਿ ਜਦੋਂ ਰਾਤ ਨੂੰ ਸੌਣ ਵੇਲੇ ਬੱਚੇ ਦੇ ਕੰਨਾਂ ਵਿੱਚ ਬਾਣੀ ਪਵੇਗੀ ਗੁਰੂ ਇਤਿਹਾਸ ਦੀ ਕੋਈ, ਤੇ ਰਾਤ ਨੂੰ ਆਪਣੇ ਆਪ ਹੀ ਉਹਨੂੰ ਚੰਗੇ ਕੋਈ ਖਿਆਲ ਆਉਣਗੇ, ਸਵੇਰੇ ਉੱਠੇਗਾ ਉਹਦਾ ਦਿਲ ਕਰੇਗਾ। ਇਸੇ ਤਰ੍ਹਾਂ ਮਾਤਾ ਗੁਜਰ ਕੌਰ ਜੀ ਆਪਣੇ ਪੋਤਰਿਆਂ ਨੂੰ ਹਰ ਰੋਜ਼ ਗੁਰਬਾਣੀ ਸੁਣਾਉਂਦੀ ਹੁੰਦੀ ਹੈ। ਹਰ ਰੋਜ਼ ਗੁਰੂ ਦੀਆਂ ਸਾਖੀਆਂ, ਵੱਡਿਆਂ ਦੇ ਇਤਿਹਾਸ, ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਨੇ ਦਰਸ਼ਨ ਕੀਤੇ ਨਹੀਂ ਸਨ, ਇਤਿਹਾਸ ਸੁਣਾਉਂਦੀ ਹੈ ਮਾਤਾ ਕਿ ਤੁਹਾਡੇ ਦਾਦੇ ਨੇ ਸਿੱਖ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ ਕਿਸੇ ਹੋਰ ਧਰਮ ਨੂੰ ਬਚਾਉਣ ਵਾਸਤੇ, ਧਰਮ ਦੀ ਰੱਖਿਆ ਕਰਨ ਵਾਸਤੇ ਕਿਵੇਂ ਆਏ ਹੋਏ ਲੋਕਾਂ ਦੀ ਪੁਕਾਰ ਸੁਣ ਕੇ ਆਪਣਾ ਸੀਸ ਕਟਵਾਇਆ। ਕਦੇ ਸਾਖੀਆਂ ਸੁਣਾਉਂਦੀ ਹੈ, ਬੇ ਪੁੱਤਰੋ ਤੁਹਾਡੇ ਦਾਦੇ ਦੇ ਸਾਹਮਣੇ ਉਹਦੇ ਜਾਨ ਤੋਂ ਪਿਆਰੇ ਸਿੱਖ ਸੀ ਜਿਹਨੂੰ ਚੀਰਤਾ ਤਾਰੇ ਦੇ ਨਾਲ ਉਹਦੇ ਦੋ ਦਫਾੜ ਕਰ ਦਿੱਤੇ, ਉਹਦੇ ਵਿੱਚੋਂ ਜਪਜੀ ਸਾਹਿਬ ਦੀਆਂ ਆਵਾਜ਼ਾਂ ਆਉਂਦੀਆਂ ਨੇ। ਤੁਹਾਡੇ ਦਾਦੇ ਗੁਰੂ ਦੇ ਸਾਹਮਣੇ ਉਹਦੇ ਸਿੱਖ ਨੂੰ ਪਿਆਰੇ ਨੂੰ ਅੱਗ ਲਾ ਕੇ ਸਾੜ ਦਿੱਤਾ ਜਿਉਂਦੇ ਨੂੰ। ਤੁਹਾਡੇ ਦਾਦੇ ਗੁਰੂ ਦੇ ਸਾਹਮਣੇ ਉਹਦੇ ਇੱਕ ਪਿਆਰੇ ਸਿੱਖ ਭਾਈ ਦਿਆਲੇ ਨੂੰ, ਜਿਵੇਂ ਆਪਾਂ ਭਾਂਡਿਆਂ ਵਿੱਚ ਸਬਜ਼ੀਆਂ ਉਬਾਲਦੇ ਹਨ, ਇਉਂ ਉਬਾਲ ਦਿੱਤਾ, ਉੱਤੋਂ ਚਮੜੀ ਲੈ 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 ਕੇ ਸਾਰਾ ਕੱਲਾ ਹੱਡਾਂ ਦਾ ਪਿੰਜਰ ਰਹਿ ਗਿਆ। ਇਹੋ ਜਿਹਾ ਇਤਿਹਾਸ ਆਪਣੇ ਪੋਤਰਿਆਂ ਨੂੰ ਸੁਣਾਉਂਦੀ ਆ, ਤਾਂ ਹੀ ਕਿੱਡੇ ਦਲੇਰ ਸੀ। ਜੇ ਸਾਧ ਸੰਗਤ ਫਿਲਮਾਂ ਵੇਖੀਆਂ ਹੁੰਦੀਆਂ ਨਾ ਇਕੱਲੀਆਂ, ਹੋਰ ਕੁਝ ਵੇਖਿਆ ਹੁੰਦਾ, ਤੇ ਫਿਰ ਸਾਧ ਸੰਗਤ ਦੀ ਲਾਲਚਾਂ 'ਚ ਵੀ ਆ ਜਾਂਦੇ, ਫਿਰ ਡਰ ਵੀ ਜਾਂਦੇ। ਇਸੇ ਕਰਕੇ ਨਹੀਂ ਉਹ ਡਰਦੇ, ਕਿਉਂਕਿ ਉਹਨਾਂ ਦੇ ਅੰਦਰ ਮਾਂ ਨੇ ਕੁੱਟ-ਕੁੱਟ ਕੇ ਗੁਰੂ ਦਾ ਇਤਿਹਾਸ, ਗੁਰੂ ਦੀ ਬਾਣੀ ਭਰੀ ਹੋਈ ਸੀ। ਤਾਂ ਅੱਜ ਸਾਹਿਬਜ਼ਾਦੇ ਕਹਿ ਰਹੇ ਨੇ, ਮਾਂ ਤੇਰੇ ਬਾਝੋਂ ਲੋਰੀਆਂ ਦੇ ਕਿਨੇ ਸਵਾਉਣਾ। ਮਾਂ ਅਸੀਂ ਸੱਚਖੰਡ ਵੀ ਚਲੇ ਗਏ ਨਾ, ਦੱਸ ਤੇਰੇ ਤੋਂ ਬਾਝੋਂ, ਤੇਰੇ ਤੋਂ ਬਿਨਾਂ ਸਾਨੂੰ ਲੋਰੀਆਂ ਦੇ ਕੇ ਕੌਣ ਸਵਾਇਆ ਕਰੇਗਾ। ਤੇਰੇ ਬਾਝੋਂ ਅੰਮੀਏ ਸੱਚਖੰਡ ਨਾ ਪਾਉਣਾ। ਐ ਦਾਦੀ ਮਾਂ ਤੇਰੇ ਤੋਂ ਬਿਨਾਂ ਤੇ ਸੱਚਖੰਡ ਵੀ ਚੰਗਾ ਨਹੀਂ ਲੱਗਣਾ, ਕਿਉਂਕਿ ਜਿਹੜਾ ਤੇਰੇ ਚਰਨਾਂ ਦੇ ਵਿੱਚ ਆਨੰਦ ਹੈ ਨਾ, ਉਹ ਸੱਚਖੰਡ 'ਚ ਵੀ ਨਹੀਂ ਹੈ। ਤੇਰੇ ਚਰਨਾਂ ਤੋਂ ਵੱਡਾ ਸੱਚਖੰਡ ਕੋਈ ਨਹੀਂ ਹੈ। ਇਹ ਸਿੱਖ ਦੀ ਅਵਸਥਾ ਹੁੰਦੀ ਹੈ। ਭਾਈ ਮਹਾਂ ਸਿੰਘ ਨੂੰ ਮਹਾਰਾਜ ਨੇ ਪੁੱਛਿਆ ਹੀ ਨਾ, ਭਾਈ ਮਹਾਂ ਸਿੰਘ ਜਿਹੜਾ ਬਦਾਵਾ ਲੈ ਕੇ ਆ ਗਿਆ ਸੀ, ਅਖੀਰਲੇ ਸਾਹਾਂ ਤੇ ਹੈ, ਤੇ ਮਹਾਰਾਜ ਪੁੱਛਦੇ ਹੈ, ਭਾਈ ਮਹਾਂ ਸਿੰਘ ਦੱਸ ਤੈਨੂੰ ਰਾਜਾ ਬਣਾ ਦੇਵਾਂ, ਚੌਧਰੀ ਬਣਾ ਦੇਵਾਂ, ਦੁਨੀਆ ਦਾ ਤੈਨੂੰ ਜੋ ਚਾਹੇ ਦੇ ਦੇਵਾਂ। ਤੇ ਸਿੱਖ ਕੀ ਕਹਿੰਦਾ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਸਤਿਗੁਰੂ ਜਿਹੜਾ ਤੇਰੇ ਚਰਨਾਂ ਵਿੱਚ ਆਨੰਦ ਆ ਨਾ, ਉਹ ਰਾਜਿਆਂ ਨੂੰ ਨਹੀਂ ਮਿਲਦਾ, ਉਹ ਚੌਧਰੀਆਂ ਨੂੰ, ਜੈਲਦਾਰਾਂ ਨੂੰ ਨਹੀਂ ਮਿਲਦਾ। ਇਸ ਕਰਕੇ ਕੁਝ ਨਹੀਂ ਚਾਹੀਦਾ, ਸਤਿਗੁਰੂ ਕਿਰਪਾ ਕਰ ਟੁੱਟੀ ਹੋਈ ਗੰਢ ਲਾਏ। ਮਹਾਂਪੁਰਖ ਕਹਿੰਦੇ ਹੁੰਦੇ ਸੀ, ਕਹਿੰਦੇ ਕਦੇ ਆ ਕੇ ਸਿੱਖਾ ਤੂੰ ਵੀ ਅਰਦਾਸ ਕਰਦੀ, ਤੂੰ ਵੀ ਤੋੜੀ ਫਿਰਦਾ ਉਹਦੇ ਨਾਲੋਂ। ਕਦੇ ਕਹਿ ਦਿਆ ਕਰ, ਸਤਿਗੁਰੂ ਸਾਡੀ ਵੀ ਟੁੱਟਿਆਂ ਦੀ ਗੰਢ ਲੈ, ਸਦਾ ਤੇਰੀਆਂ ਗੰਢਾਂ ਹੀ ਦਿੱਤੀਆਂ ਹੋਈਆਂ ਨੇ, ਦੂਰ ਹੀ ਫਿਰਦਾ ਉਹਦੇ ਤੋਂ। ਵੀ ਅਰਦਾਸ ਕਰ ਲਿਆ ਕਰ ਕਦੇ, ਸਤਿਗੁਰੂ ਕਿਰਪਾ ਕਰ ਸਾਡੀ ਵੀ ਟੁੱਟੀ ਗੰਢ ਲੈ। ਕਹਿੰਦੇ ਇਸੇ ਤਰ੍ਹਾਂ ਸਾਹਿਬਜ਼ਾਦੇ ਕਹਿੰਦੇ ਹੈ, ਮਾਂ ਤੇਰੇ ਚਰਨਾਂ ਤੋਂ ਵੱਡਾ ਸੱਚਖੰਡ ਕੋਈ ਨਹੀਂ ਹੈ।
ਤੇਰੇ ਚਰਨਾਂ ਤੋਂ ਬਿਨਾ ਦੁਨੀਆ ਵਿੱਚ ਜੰਨਤ ਹੀ ਕੋਈ ਨਹੀਂ ਹੈ। ਇਸ ਕਰਕੇ ਮਾਂ, ਤੇਰੇ ਤੋਂ ਬਿਨਾ ਲੋਰੀਆਂ ਸਾਨੂੰ ਕੌਣ ਦੇਵੇਗਾ? ਤੇਰੇ ਤੋਂ ਬਿਨਾ ਸਾਨੂੰ ਸੱਚਖੰਡ ਵੀ ਚੰਗਾ ਨਹੀਂ ਲੱਗਣਾ। ਕਹਿੰਦੇ ਜਿਉਂ ਇੰਨੀਆਂ ਗੱਲਾਂ ਬਾਬਾ ਫਤਿਹ ਸਿੰਘ ਨੇ ਗਲ ਨਾਲ ਲੱਗ ਕੇ ਕਹੀਆਂ ਤੇ ਫਿਰ ਤੁਰਨ ਲੱਗਦਾ ਹੈ। ਫਿਰ ਅੱਗਿਓਂ ਦਾਦੀ ਮਾਂ ਜਵਾਬ ਦਿੰਦੀ ਹੈ, ਕਹਿੰਦੀ ਪੁੱਤਰ, ਕੀ ਤੂੰ ਕਹਿੰਦਾ ਹੈ ਕਿ ਮੈਂ ਤੇਰੇ ਬਿਨਾਂ ਸਾਰ ਲਾਂਗੀ? ਤੁਸੀਂ ਮੇਰੇ ਜਿਗਰ ਦੇ ਟੁੱਟੇ ਜਾ ਰਹੇ ਹੋ ਮੇਰੇ ਸਾਹਮਣੇ, ਕੀ ਤੁਹਾਡੇ ਤੋਂ ਬਿਨਾਂ ਮੈਂ ਸਾਰ ਲਵਾਂਗੀ? ਅੱਗੇ ਫਿਰ ਦਾਦੀ ਮਾਂ ਜਵਾਬ ਦਿੰਦੀ ਆ, ਕਹਿੰਦੀ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ। ਮੇਰੇ ਹੀਰਿਓ ਤੁਸੀਂ ਚੱਲੋ ਤੇ ਸਹੀ, ਮੈਂ ਨਹੀਂ ਦੇਰ ਲਾਉਂਦੀ। ਮੈਂ ਅੱਜ ਤੱਕ ਤੁਹਾਡੇ ਤੋਂ ਬਿਨਾਂ ਮੈਂ ਵੀ ਨਹੀਂ ਰਹੀ, ਜੇ ਤੁਸੀਂ ਮੇਰੇ ਬਿਨਾਂ ਨਹੀਂ ਰਹੇ ਤੁਹਾਡੇ ਬਿਨਾਂ ਮੈਂ ਵੀ ਨਹੀਂ ਰਹੀ। ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾਂ। ਮੇਰੇ ਹੀਰੇ ਲਾਲੋ ਪੁੱਤਰੋ ਤੁਸੀਂ ਚੱਲੋ ਸਹੀ, ਤੁਹਾਡੇ ਮਗਰ ਹੀ ਆਵਾਂਗੀ। ਪੁੱਤਾਂ ਬਾਝੋਂ ਜਿਉਂਦੀਆਂ ਕਦੇ ਸੁਣੀਆਂ ਮਾਵਾਂ? ਤੁਸੀਂ ਕਦੇ ਸੁਣਿਆ ਵੀ ਪੁੱਤ ਚਲਾ ਜਾਵੇ ਤੇ ਮਾਂ ਦਾ ਜਿਉਣਾ ਕਿਹੋ ਜਿਹਾ ਹੁੰਦਾ ਸੰਸਾਰ ਤੇ? ਐ ਮੇਰੇ ਲਾਲੋ, ਤੁਸੀਂ ਪੁੱਤਰਾਂ ਨਾਲੋਂ ਵੀ ਕਹਿੰਦੇ ਨਾ ਉਹ ਵਿਆਜ ਨਾਲੋਂ, ਮੂਲ ਨਾਲੋਂ ਵਿਆਜ ਚੰਗਾ ਹੁੰਦਾ ਵੀ। ਹੁਣ ਉਹ ਇੱਕ ਕਦਰਾਂ ਭਾਈ ਮੂਲ ਤਾਂ ਹੈ, ਗੁਰੂ ਗੋਬਿੰਦ ਸਿੰਘ ਵਿਆਜ ਹੈ ਵੀ। ਤੁਹਾਡਾ ਤਾਂ ਪਿਆਰ ਮੈਨੂੰ ਉਦੋਂ ਵੀ ਵੱਧ ਹੈ। ਇਸ ਕਰਕੇ ਕਦੇ ਤੁਸੀਂ ਸੁਣਿਆ ਵੀ ਪੁੱਤ ਚਲੇ ਜਾਣ ਤੇ ਮਾਂ ਜਿਉਂਦੀ ਰਹੇ ਜੇ? ਪੁੱਤਾਂ ਬਾਝੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ। ਕਹਿੰਦੇ ਇਸ ਕਰਕੇ ਤੁਸੀਂ ਚੱਲੋ ਸਹੀ, ਪੁੱਤਾਂ ਦੁਆਲੇ ਰਾਮਕਾਰ ਮਾਵਾਂ ਦੀਆਂ ਵਾਹਵਾਂ। ਰਾਮਕਾਰ ਕਹਿੰਦੇ ਆ ਵੀ ਜਿਵੇਂ ਇੱਕ ਕਾਰ ਹੁੰਦੀ ਹੈ, ਰਾਮ ਨਾਮ ਦੀ ਆਪਾਂ ਰਾਤ ਨੂੰ ਪੜ੍ਹਦੇ ਨਾ ਸੂਰਜਦਾਸ ਸਾਹਿਬ ਵੀ ਮਹਾਂਪੁਰਖ ਕਹਿੰਦੇ ਆ, ਗੁਰੂ ਸਾਹਿਬ ਵੀ ਸਾਡੇ ਦੁਆਲੇ ਇੱਕ ਕਾਰ, ਇੱਕ ਤਰ੍ਹਾਂ ਦਾ ਪਰਦਾ ਲੱਗ ਜਾਂਦਾ ਸਾਡੀ ਰੱਖਿਆ ਵਾਸਤੇ। ਕਹਿੰਦੇ ਮਾਵਾਂ ਦੀਆਂ ਬਾਹਾਂ ਤਾਂ ਸਦਾ ਬੱਚਿਆਂ ਦੇ ਆਲੇ ਦੁਆਲੇ ਇਉਂ ਹੁੰਦੀਆਂ ਨੇ ਜਿਵੇਂ ਇੱਕ ਪਰਦਾ ਹੁੰਦਾ ਹਰ ਦੁੱਖ ਸੁੱਖ ਤੋਂ ਬਚਾਉਣ ਵਾਸਤੇ। ਇਸ ਕਰਕੇ ਮੇਰੇ ਬੱਚਿਓ, ਪੁੱਤਾਂ ਦੁਆਲੇ ਰਾਮਕਾਰ ਮਾਵਾਂ ਦੀਆਂ ਬਾਹਾਂ। ਜਿੱਧਰ ਉੱਡਦੇ ਹੰਸ ਉੱਧਰੇ ਜਾਂਦੀਆਂ ਛਾਵਾਂ। ਜਿੱਧਰ ਨੂੰ ਹੰਸ ਤੁਸੀਂ ਉੱਡ ਜਾਵੋਗੇ, ਛਾਵਾਂ ਵੀ ਤੁਹਾਡੇ ਪਿੱਛੇ ਜਾਣਗੀਆਂ। ਅੱਗੇ ਕਹਿੰਦੀ ਲੋਕ ਰੌਣਕ ਤੋਰ ਕੇ ਘਰ ਦੀ ਮੈਂ ਸੱਚਖੰਡ ਵਸਾਵਾਂ। ਤੇ ਬੱਚਿਓ ਤੁਸੀਂ ਚੱਲੋ ਸੀ, ਮੈਂ ਵੀ ਤੁਹਾਡੇ ਮਗਰ ਹੀ ਆਵਾਂਗੀ। ਇਸ ਤਰ੍ਹਾਂ ਸਾਧ ਸੰਗਤ ਜੀਓ ਸਵਾਲ ਜਵਾਬ ਆਪਣੇ ਦਾਦੀ ਤੇ ਪੁੱਤਰੇ ਦੋਵੇਂ ਜਣੇ ਕਰਦੇ ਹੈ। ਫਿਰ ਉੱਥੋਂ ਇੰਨੀਆਂ ਗੱਲਾਂ ਕਰਕੇ ਮਾਂ ਵੀ ਕਹਿੰਦੀ ਹੈ ਪੁੱਤਰੋ ਤੁਸੀਂ ਚੱਲਿਓ ਸਹੀ, ਬਸ ਤੁਹਾਡੇ ਮਗਰ ਹੀ ਮੈਂ ਆ ਜਾਣਾ। ਮੈਂ ਵੀ ਤੁਹਾਡੇ ਤੋਂ ਬਿਨਾਂ ਸੰਸਾਰ ਉੱਪਰ ਜਿਉਂਦੀ ਨਹੀਂ ਰਹਿ ਸਕਦੀ। ਜੇ ਤੁਸੀਂ ਜਾ ਰਹੇ ਹੋ ਤੇ ਤੁਹਾਡੇ ਮਗਰ ਹੀ ਮੈਂ ਬਸ ਤਿਆਰ ਹਾਂ। ਤੁਸੀਂ ਚੱਲੋ, ਦਾਦੀ ਦੀ ਗੋਦ ਵਿੱਚ ਪਹੁੰਚੋ, ਤੁਹਾਡੇ ਮਗਰ ਹੀ ਮੈਂ ਆਈ। ਕਿਉਂ? ਫਿਰ ਆਖਰੀ ਵਾਰ ਫਿਰ ਪੌੜੀਆਂ ਵਿੱਚ ਖੜ੍ਹ ਕੇ ਦੋਨੇ ਸਾਹਿਬਜ਼ਾਦੇ ਫਿਰ ਸਾਧ ਸੰਗਤ ਦੀ ਇੱਕ ਅੱਖਾਂ ਵਿੱਚ ਦਰਸ਼ਨ ਕਰਨ ਦੀ ਭੁੱਖ ਹੈ। ਫਿਰ ਮਾਂ ਨੂੰ ਇੱਕ ਵਾਰੀ ਮੁੜ ਕੇ ਵੇਖਦੇ ਆ, ਪੌੜੀਆਂ 'ਚ ਖੜ੍ਹੇ ਨੇ। ਉੱਧਰੋਂ ਸਿਪਾਹੀਆਂ ਨੇ ਬਾਹਾਂ ਫੜੀਆਂ ਵੀ ਛੇਤੀ ਕਰੋ, ਕਿਉਂ ਚਿਰ ਲਾਈ ਜਾਂਦੇ ਹੋ? ਸੂਬਾ ਸਰਹੰਦ ਵਾਲਾ ਨਾਰਾਜ਼ ਹੋਵੇਗਾ, ਗੁੱਸੇ ਹੋਵੇਗਾ, ਤੁਸੀਂ ਇੰਨਾ ਚਿਰ ਲਾਈ ਜਾਂਦੇ ਹੋ। ਤੇ ਇਸ ਕਰਕੇ ਉਹਨਾਂ ਨੂੰ ਖਿੱਚਦੇ ਹੈ। ਤੇ ਉਧਰੋਂ ਸਾਹਿਬਜ਼ਾਦੇ ਆਪਣੀ ਦਾਦੀ ਮਾਂ ਦੇ ਦਰਸ਼ਨ ਕਰਦੇ ਹੈ। ਤੇ ਅਖੀਰ ਦੀ ਵਾਰ ਦਾਦੀ ਮਾਂ ਨੂੰ ਫਿਰ ਕਹਿੰਦੇ ਆ, ਦਾਦੀ ਮਾਂ ਅੱਜ ਸਾਡੀ ਆਖਰੀ ਜਿਹੜੀ ਫਤਿਹ ਹੈ ਪ੍ਰਵਾਨ ਕਰ ਲੈ। ਇਹਦੇ ਤੋਂ ਬਾਅਦ ਹੁਣ ਆਪਣਾ ਮਿਲਾਪ ਸੱਚਖੰਡ ਵਿੱਚ ਹੀ ਹੋਵੇਗਾ। ਹੁਣ ਧਰਤੀ ਤੇ ਲੋਕ ਵਿੱਚ ਆਪਣਾ ਮਿਲਾਪ ਨਹੀਂ ਹੋਵੇਗਾ। ਹੁਣ ਤੇ ਸੱਚਖੰਡ ਵਿੱਚ ਆ ਕੇ ਸਾਡੇ ਮਗਰ ਆਵੀਂ, ਉੱਥੇ ਤੇਰੇ ਨਾਲ ਮਿਲਾਪ ਹੋਵੇਗਾ। ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਭੁੱਲ ਜਾਵੀਂ ਹੁਣ ਲਾਡਲਿਆਂ ਨੂੰ ਲਾਡ ਲਡਾਉਣਾ। ਭੁੱਲ ਜਾਵੀਂ ਹੁਣ ਪੋਤਿਆਂ ਨੂੰ ਲਾਡ ਲਡਾਉਣਾ। ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ।
ਸਗਨ ਮਨਾ ਦੇ, ਸਿਰ ਤੇ ਖੱਫਣ ਬੰਨ ਦੇ, ਹੁਣ ਕਲਗੀਆਂ ਲਾ ਦੇ। ਚੱਲੇ ਮੌਤ ਪਿਆਉਣ ਨੂੰ ਤੂੰ ਸਗਨ ਮਨਾ ਦੇ, ਸਿਰ ਤੇ ਖੱਫਣ ਬੰਨ ਦੇ, ਹੁਣ ਕਲਗੀਆਂ ਲਾ ਦੇ। ਵੈਰੀ ਨੇ ਹੈ ਅੰਦਰਾਂ ਦਾ ਸਿਹਰਾ ਲਾਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਭੁੱਲ ਜਾਵੀਂ ਹੁਣ ਪੋਤਿਆਂ ਨੂੰ ਲਾਡ ਲਡਾਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਮੈਂ ਤਾਂ ਹਾਂ 9 ਸਾਲ ਦਾ, ਮੇਰਾ ਵੀਰ ਨਿਆਣਾ, ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲਾਂ ਜਾਣਾ। ਮੈਂ ਤਾਂ ਹਾਂ 9 ਸਾਲ ਦਾ, ਮੇਰਾ ਵੀਰ ਨਿਆਣਾ, ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲਾਂ ਜਾਣਾ। ਅੱਗੋਂ ਪਿੱਛੋਂ ਮੌਤ ਨੇ ਹੈ ਘੇਰਾ ਪਾਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਭੁੱਲ ਜਾਵੀਂ ਹੁਣ ਪੋਤਿਆਂ ਨੂੰ ਲਾਡ ਲਡਾਉਣਾ, ਕੌਣ ਖਵਾਊ ਚੂਰੀਆਂ ਮਾਂ ਤੇਰੇ ਵਾਜੋਂ, ਕਿਵੇਂ ਸੁਣਾਂਗੇ ਲੋਰੀਆਂ ਬਿਨ ਤੇਰੇ ਸਾਜੋਂ। ਕੌਣ ਖਵਾਊ ਚੂਰੀਆਂ ਮਾਂ ਤੇਰੇ ਵਾਜੋਂ, ਕਿਵੇਂ ਸੁਣਾਂਗੇ ਲੋਰੀਆਂ ਬਿਨ ਤੇਰੇ ਸਾਜੋਂ। ਛੇਤੀ ਆ ਜਾਣਾ ਹੁਣ ਦੇਰ ਨਾ ਲਾਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਭੁੱਲ ਜਾਵੀਂ ਹੁਣ ਪੋਤਿਆਂ ਨੂੰ ਲਾਡ ਲਡਾਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਅਸੀਂ ਮੁੜ ਨਹੀਂ ਆਉਣਾ, ਅਸੀਂ ਮੁੜ ਨਹੀਂ ਆਉਣਾ। ਤਾਂ ਉਹ ਕਹਿ ਕੇ ਅਖੀਰਲੀ ਵਾਰ ਪੌੜੀਆਂ ਉਤਰ ਜਾਂਦੇ ਆ। ਦਾਦੀ ਮਾਂ ਵੇਖਦੀ ਹੈ, ਹੌਲੀ ਹੌਲੀ ਬਹੁਤ ਇਕੱਠ ਹੋਇਆ ਹੈ, ਕਿਉਂਕਿ ਜਿਹੜੇ ਆਪ ਗਏ ਹੋਣਗੇ ਪਤਾ ਹੈ ਵੀ ਜੇ ਬੁਰਜ 'ਤੇ ਖੜ੍ਹੇ ਹੋਈਏ ਤਾਂ ਉਹ ਜਗ੍ਹਾ ਦਿਸਦੀ ਆ ਖੜ੍ਹਿਆਂ ਨੂੰ, ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈ ਆਪਸ ਵਿੱਚ ਉਹਦਾ। ਭਾਵ ਭੀੜ ਬਹੁਤ ਇਕੱਠ ਹੋਇਆ ਹੋਇਆ, ਇਕੱਠ ਦੇ ਕਰਕੇ ਬੱਚਿਆਂ ਦੇ ਕੱਦ ਛੋਟੇ ਨੇ, ਸਾਹਿਬਜ਼ਾਦਿਆਂ ਦੀ ਮਾਂ ਵੇਖਦੀ ਹੈ ਪਰ ਉਹ ਇਕੱਠ ਦੇ ਵਿੱਚ ਹੀ ਗੁਆਚ ਜਾਂਦੇ ਆ, ਦਿਸਣੋਂ ਹਟ ਜਾਂਦੇ ਆ। ਪਰ ਮਾਤਾ ਉੱਪਰ ਖੜੀ
80 ਸਾਲ ਦੀ ਉਮਰ ਹੈ, ਉਸ ਹਿਸਾਬ ਨਾਲ ਬੁਰਜ ਤੇ ਖੜੀ ਹੈ, ਨਿਗਾਹ ਮਾਰਦੀ ਹੈ ਵੀ ਇਕੱਠ ਦੇ ਵਿੱਚ ਕੀ ਹੋ ਰਿਹਾ, ਪਰ ਬਹੁਤ ਜ਼ਿਆਦਾ ਇਕੱਠ ਕਹਿੰਦੇ ਹੋਇਆ ਹੋਇਆ, ਕਿਉਂਕਿ ਉਹ ਇਕੱਠ ਦੇ ਵਿੱਚ ਭਾਵੇਂ ਹਰ ਇੱਕ ਧਰਮ ਦਾ ਬੰਦਾ ਖੜਾ ਹੋਵੇ, ਪਰ ਉਹ ਸੂਬੇ ਦੀ ਦਹਿਸ਼ਤ ਇੰਨੀ ਜ਼ਿਆਦਾ ਹੈ ਕਿ ਕੋਈ ਬੋਲਣ ਲਈ ਤਿਆਰ ਨਹੀਂ ਹੈ। ਭਾਵੇਂ ਉਹ ਸਾਰੇ ਇਕੱਠ ਵਿੱਚ ਇੱਕ ਖਾਨ ਮਲੇਰਕੋਟਲੇ ਵਾਲਾ ਬੋਲਿਆ ਹੈ, ਉਹਨੂੰ ਵੀ ਸਭਾ ਚੋਂ ਉਠਾ ਕੇ ਬਾਹਰ ਕੱਢ ਦਿੱਤਾ ਹੈ, ਹੋਰ ਕੋਈ ਬੋਲਣ ਦੀ ਜ਼ਰੂਰਤ ਨਹੀਂ ਕਰ ਰਿਹਾ। ਵੇਖ ਸਾਰੇ ਰਹੇ ਨੇ, ਦਰਦ ਹਰ ਇੱਕ ਦੇ ਅੰਦਰ ਹੈ, ਦੁੱਖ ਹਰ ਇੱਕ ਨੂੰ ਹੈ, ਪਰ ਸਾਧ ਸੰਗ ਕਿਸੇ ਵਿੱਚ ਇੰਨਾ ਕਹਿਣ ਦੀ ਜ਼ਰੂਰਤ ਨਹੀਂ ਹੈ। ਉਹ ਵਜੀਦਿਆ ਹੈ ਬੱਚਿਆਂ ਨੂੰ ਕਿਉਂ ਤੂੰ ਤਸੀਹੇ ਦੇ ਰਿਹਾ? ਕਹਿੰਦੇ ਜਾ ਕੇ ਹੁਣ ਰਾਜ ਮਿਸਤਰੀ ਤਿਆਰ ਹੈ, ਸਾਰਾ ਕੁਝ ਤਿਆਰ ਹੈ, ਤੇ ਫਿਰ ਆਪਣੇ ਜਿਹੜੇ ਅਹਿਲਕਾਰ ਨੇ ਉਹਨਾਂ ਨੂੰ ਕਿਹਾ ਜਾਂਦਾ ਵੀ ਕੋਈ ਆਓ ਜਿਹੜਾ ਇਹਨਾਂ ਨੂੰ ਸ਼ਹੀਦ ਕਰੇਗਾ। ਸਾਧ ਸੰਗਤ ਜੀ, ਕੋਈ ਵੀ ਉਹਨਾਂ ਦੇ ਵਿੱਚ ਇਹੋ ਜਿਹਾ ਪੱਥਰ ਦਿਲ ਇਨਸਾਨ ਨਾ ਦਿਸਿਆ ਜਿਹੜਾ ਨਿੱਕੇ ਨਿੱਕੇ ਬੱਚਿਆਂ ਨੂੰ ਸ਼ਹੀਦ ਕਰ ਦੇਵੇ। ਪਰ ਸਾਧ ਸੰਗਤ ਜਦੋਂ ਕੋਈ ਤਿਆਰ ਨਾ ਹੋਇਆ ਤੇ ਫਿਰ ਕਹਿੰਦੇ ਕੈਦੀ ਸੀ ਉੱਥੇ ਦੋ ਭਰਾ, ਸਾਸਲ ਵੇਗ ਤੇ ਵਾਸਲ ਵੇਗ, ਸਮਾਣੇ ਦੇ ਰਹਿਣ ਵਾਲੇ ਸਨ। ਇਹ ਕਿਸੇ ਕੇਸ ਦੇ ਵਿੱਚ ਉੱਥੇ ਕੈਦ ਵਿੱਚ ਕੀਤੇ ਹੋਏ ਸਨ, ਔਰ ਉਹਨਾਂ ਨੂੰ ਇਹ ਸੁਨੇਹਾ ਭੇਜਿਆ ਗਿਆ, ਸੂਬੇ ਨੇ ਸੱਦਿਆ ਵੀ ਜੇ ਤੁਸੀਂ ਸਾਡਾ ਕੰਮ ਕਰਦੇ ਹੋ, ਇਹ ਬੱਚਿਆਂ ਨੂੰ ਸ਼ਹੀਦ ਕਰਦੇ ਹੋ, ਅਸੀਂ ਤੁਹਾਨੂੰ ਕੇਸ ਵਿੱਚੋਂ ਬਰੀ ਕਰ ਦੇਵਾਂਗੇ। ਕਿਉਂਕਿ ਸਮਾਣੇ ਦੇ ਪਹਿਲਾਂ ਵੀ ਬਹੁਤ ਜਲਾਦ ਹੋਏ ਆ, ਜਿਹੜੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਤੋਂ ਵਕਤ ਕੀਤਾ, ਉਹ ਵੀ ਸਮਾਣੇ ਦਾ ਜਲਾਦ ਸੀ। ਔਰ ਇਹ ਵੀ ਦੋ ਸਮਾਣੇ ਦੇ ਰਹਿਣ ਵਾਲੇ ਆ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾ ਕੇ ਨੰਦੇੜ ਦੀ ਧਰਤੀ 'ਤੇ ਕਟਾਰ ਮਾਰੀ ਸੀ, ਉਹ ਵੀ ਸਮਾਣੇ ਦੇ। ਸੋ ਇਹ ਜਲਾਦਾਂ ਦੇ ਮੰਨਿਆ ਜਾਂਦਾ ਵੀ ਬਹੁਤ ਜ਼ਿਆਦਾ ਵੱਡੇ ਵੱਡੇ ਜਲਾਦ ਇੱਥੇ ਸਨ। ਇਸੇ ਕਰਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਇਆ, ਉਹਨੇ ਸਡੌਰੇ ਤੋਂ ਬਾਅਦ ਫਿਰ ਸਮਾਣਾ ਸੋਧਿਆ ਸੀ ਕਿ ਇੱਥੇ ਬਹੁਤ ਜਲਾਦ ਨੇ, ਇਹਨਾਂ ਦਾ ਖਾਤਮਾ ਕੀਤਾ ਜਾਵੇ। ਉਹ ਸਾਸਲ ਵੇਗ ਤੇ ਵਾਸਲ ਵੇਗ ਦੋਨੇ ਇਸ ਗੱਲ ਨਾਲ ਤਿਆਰ ਹੋ ਗਏ ਵੀ ਅਸੀਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿਆਂਗੇ। ਤੇ ਸੂਬੇ ਨੇ ਉਹਨਾਂ ਨੂੰ ਕਿਹਾ ਅਸੀਂ ਤੁਹਾਨੂੰ ਕੇਸ ਵਿੱਚੋਂ ਬਰੀ ਕਰ ਦੇਵਾਂਗੇ, ਔਰ ਪਹਿਲੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਹੈ ਜਿਹੜੀ ਕਿ ਨੀਹਾਂ ਦੇ ਵਿੱਚ ਚਿਣਨਾ ਹੈ। ਹੁਣ ਸਾਹਿਬਜ਼ਾਦਿਆਂ ਨੂੰ ਫਿਰ ਕਿਹਾ ਗਿਆ, ਸਾਹਿਬਜ਼ਾਦਿਓ ਇੱਟਾਂ ਤਿਆਰ ਨੇ, ਸੀਮੈਂਟ 11 ਗਾਰਾ ਸਭ ਕੁਝ ਤਿਆਰ ਹੈ, 5 ਮਿੰਟਾਂ ਦੇ ਵਿੱਚ ਤੁਸੀਂ ਆ ਨੀਹਾਂ ਦੇ ਵਿੱਚ ਬੰਦ ਹੋ ਜਾਣਾ, ਹਜੇ ਵੀ ਮੌਕਾ ਹੈ। ਪਰ ਸਾਹਿਬਜ਼ਾਦੇ ਜੋ ਅੰਦਰ ਉਹਨਾਂ ਦੇ ਰਗਾਂ ਦੇ ਵਿੱਚ ਗੁਰੂ ਸਾਹਿਬ ਦਾ ਖੂਨ ਹੈ, ਉਹ ਕਹਿੰਦੇ ਸੂਬਿਆ ਅਸੀਂ ਕਿਸੇ ਵੀ ਤਰ੍ਹਾਂ ਤੇਰੇ ਲਾਲਚ ਵਿੱਚ ਨਹੀਂ ਆਵਾਂਗੇ। ਅਖੀਰ ਦੋਹਾਂ ਨੂੰ ਖੜਾ ਕੇ ਰਾਜ ਮਿਸਤਰੀ ਜਿਹੜੇ ਹੈ ਉਹ ਸਾਧ ਸੰਗਤ ਜੀ ਗਾਰੇ ਨਾਲ ਇੱਟਾਂ ਲਾ ਕੇ ਦੋਹਾਂ ਨੂੰ ਇੱਟਾਂ ਦੀ ਚੜਾਈ ਕਰਨ ਲੱਗ ਜਾਂਦੇ ਆ। ਉਹ ਸਮੇਂ ਵਾਲੀਆਂ ਨਿੱਕੀਆਂ ਨਿੱਕੀਆਂ ਇੱਟਾਂ ਹੁੰਦੀਆਂ ਸਨ, ਕਹਿੰਦੇ ਇੱਟਾਂ ਦੇ ਚਿਣਤੀ ਕਰਦੇ ਜਦੋਂ ਗੋਡਿਆਂ ਤੱਕ ਆਉਂਦੀ ਹੈ ਨਾ, ਕਈ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਹੈ, ਕਈਆਂ ਦੇ ਵਿੱਚ ਨਹੀਂ ਵੀ ਲਿਖਿਆ ਹੈ ਕਿ ਜਦੋਂ ਗੋਡਿਆਂ ਤੱਕ ਆਉਂਦੀ, ਆਪਣੇ ਗੋਡੇ ਲੱਤਾਂ ਤੋਂ ਥੋੜ੍ਹੇ ਬਾਹਰ ਨੂੰ ਹੁੰਦੀਆਂ ਚੱਪਣੀਆਂ, ਕਹਿੰਦੇ ਉੱਥੇ ਮਿਸਤਰੀ ਇੱਟ ਤੋੜ ਕੇ ਲਾਉਣ ਲੱਗਿਆ। ਕਹਿੰਦੇ ਉਹਨੂੰ ਰੋਕਿਆ ਗਿਆ ਵੀ ਇੱਕ ਵੀ ਇੱਟ ਤੋੜ ਕੇ ਨਹੀਂ ਲਾਉਣੀ, ਇੱਟ ਨਹੀਂ ਖਰਾਬ ਕਰਨੀ, ਜਿੱਥੇ ਕਿਤੇ ਲੋੜ ਪੈਂਦੀ ਆ ਇਹਨਾਂ ਦੇ ਗੋਡੇ ਵੱਢ ਦੇਵੋ। ਕਹਿੰਦੇ ਉਹ ਤੀਸੀਆਂ ਮਾਰ ਕੇ ਗੋਡੇ ਉਹਨਾਂ ਦੇ ਲਾਹ ਦਿੱਤੇ ਗਏ ਤੇ ਫਿਰ ਇੱਟਾਂ ਸਿੱਧੀਆਂ ਚੜੀਆਂ ਨੇ। ਇਸੇ ਤਰ੍ਹਾਂ ਇੱਟਾਂ ਦੀ ਚਿਣਾਈ ਹੁੰਦੀ ਸਾਧ ਸੰਗਤ ਜੀ, ਹੁਣ ਉਮਰ ਦੇ ਵਿੱਚ ਵੀ 2 ਸਾਲ ਦਾ ਫਰਕ ਹੈ। ਬਾਬਾ ਫਤਿਹ ਸਿੰਘ 7 ਸਾਲ ਤੇ ਬਾਬਾ ਜ਼ੋਰਾਵਰ ਸਿੰਘ 9 ਸਾਲ। ਉਮਰ ਦੇ ਹਿਸਾਬ ਨਾਲ ਵੀ ਫਰਕ ਹੈ ਤੇ ਕੱਦ ਦੇ ਹਿਸਾਬ ਨਾਲ ਵੀ ਬਾਬਾ ਜ਼ੋਰਾਵਰ ਸਿੰਘ ਲੰਮੇ ਆ ਕੱਦ ਵਿੱਚ ਤੇ ਬਾਬਾ ਫਤਿਹ ਸਿੰਘ ਦਾ ਕੱਦ ਛੋਟਾ ਹੈ। ਹੁਣ ਕੰਧ ਥੱਲਿਓਂ ਜਾ ਰਹੀ ਹੈ, ਹੁਣ ਸੁਭਾਵਿਕ ਹੈ ਕਿ ਜਿਹਦਾ ਕੱਦ ਛੋਟਾ ਉਹ ਪਹਿਲਾਂ ਲੁਕੇਗਾ, ਜਿਹੜਾ ਵੱਡਾ ਹੈ ਉਹਦੇ ਕੋਲ ਇੱਟਾਂ ਬਾਅਦ ਵਿੱਚ ਪਹੁੰਚਣਗੀਆਂ। ਕਹਿੰਦੇ ਜਦੋਂ ਕੰਧ ਚੱਲਦੀ ਬਾਬਾ ਫਤਿਹ ਸਿੰਘ ਦੇ ਤਾਂ ਗਲ ਦੇ ਕੋਲ ਇੱਟਾਂ ਆ ਗਈਆਂ ਤੇ ਬਾਬਾ ਜ਼ੋਰਾਵਰ ਸਿੰਘ ਉਹ ਕਾਫੀ ਅਜੇ ਸਰੀਰ ਨੰਗਾ ਹੈ, ਛਾਤੀ ਤੱਕ ਪਹੁੰਚੇ ਨੇ ਕਿਉਂਕਿ ਉਹ ਕੱਦ ਵਿੱਚ ਉੱਚੇ ਹੈ। ਕਹਿੰਦੇ ਜਦੋਂ ਵੇਖਿਆ ਵੀ ਗਲ ਦੇ ਆ ਗਈਆਂ, ਉਸ ਤੋਂ ਬਾਅਦ 2 ਇੱਟਾਂ ਹੋਰ ਆਈਆਂ ਤੇ ਸਾਰਾ ਨੱਕ ਬੰਦ ਹੋ ਜਾਣਾ। ਬਾਬਾ ਜ਼ੋਰਾਵਰ ਸਿੰਘ ਆਪਣੇ ਨਿੱਕੇ ਭਰਾ ਵੱਲ ਹੇਠਾਂ ਨੂੰ ਵੇਖਦਾ ਹੈ ਤੇ ਨਿੱਕਾ ਭਰਾ ਆਪਣੇ ਵੱਡੇ ਭਰਾ ਨੂੰ ਉੱਪਰ ਨੂੰ ਵੇਖਦਾ। ਬਹੁਤੀ ਧੌਣ ਤੇ ਨਹੀਂ ਚੱਕ ਸਕਦਾ, ਬੰਦ ਕੀਤੀ ਹੋਈ ਹੈ ਅੱਖਾਂ ਨਾਲ। ਉਹ ਆਪਣੇ ਵੱਡੇ ਭਰਾ ਨੂੰ ਵੇਖਦਾ ਤੇ ਵੱਡਾ ਭਰਾ ਛੋਟੇ ਭਰਾ ਨੂੰ ਵੇਖਦਾ। ਕਹਿੰਦੇ ਬਾਬਾ ਜ਼ੋਰਾਵਰ ਸਿੰਘ ਦੇ ਅੱਖਾਂ 'ਚ ਥੋੜ੍ਹਾ ਜਿਹਾ ਪਾਣੀ ਆ ਗਿਆ।
ਬਾਬਾ ਫਤਿਹ ਸਿੰਘ ਕਹਿਣ ਲੱਗਿਆ, ਵੀਰ ਕੀ ਗੱਲ ਮੌਤ ਨੇੜੇ ਆਉਂਦੀ ਜਾਂਦੀ ਹੈ, ਡਰ ਗਿਆ? ਕਹਿੰਦੇ ਜ਼ੋਰਾਵਰ ਸਾਹਿਬ ਕਹਿੰਦਾ, ਨਹੀਂ ਵੀਰ ਰੋਹਿਤ, ਮੈਂ ਇਸ ਕਰਕੇ ਨਹੀਂ ਰੋਂਦਾ ਕਿ ਮੈਂ ਡਰ ਗਿਆ, ਮੈਨੂੰ ਮੌਤ ਨੇੜੇ ਆ ਗਈ ਹੈ। ਕਹਿੰਦੇ ਮੈਂ ਰੋਇਆ ਇਸ ਕਰਕੇ ਹਾਂ, ਕਹਿਣ ਲੱਗੇ ਤੈਨੂੰ ਯਾਦ ਆ ਆਪਾਂ ਅਨੰਦਪੁਰ ਸਾਹਿਬ ਜਦੋਂ ਖੇਡਦੇ ਹੁੰਦੇ ਸੀ, ਵੱਡੇ ਵੀਰ ਉਹ ਤਾਂ ਵੱਡੇ ਸਿੰਘਾਂ ਨਾਲ ਖੇਡਦੇ ਹੁੰਦੇ ਸੀ ਤੇ ਆਪਾਂ ਨਿੱਕੇ ਖੇਡਦੇ ਹੁੰਦੇ ਸੀ, ਤੈਨੂੰ ਅਸੀਂ ਨਾਲ ਨਹੀਂ ਸੀ ਖਿਡਾਉਂਦੇ ਹੁੰਦੇ, ਕਹਿੰਦੇ ਹੁੰਦੇ ਸੀ ਤੂੰ ਨਿੱਕਾ ਹਜੇ ਛੋਟਾ, ਤੇਰੇ ਕੋਈ ਤਲਵਾਰ, ਤੇਰੇ ਕੋਈ ਸ਼ਾਸਤਰ ਵੱਜ ਜਾਵੇਗਾ, ਸੱਟ ਵੱਜੇਗੀ, ਤੂੰ ਨਿੱਕਾ, ਜਦੋਂ ਵੱਡਾ ਹੋਵੇਗਾ ਤੂੰ ਫੇਰ ਖੇਡ ਲਿਆ ਕਰੀ। ਕਹਿੰਦੇ ਤੂੰ ਕੀ ਕੀਤਾ ਸੀ ਨਾ, ਆਪਣੇ ਸਿਰ ਦੇ ਉੱਪਰ ਪੱਗ ਬੰਨ੍ਹੀ ਆ ਵੱਡੀ ਸਾਰੀ, ਜਿਹਨੂੰ ਦਮਾਲਾ ਕਹਿੰਦੇ ਆ। ਕਹਿੰਦੇ ਵੱਡੀ ਪੱਗ ਇੰਨੀ ਉੱਚੀ ਬੰਨ੍ਹ ਲਈ ਤੇ ਆ ਕੇ ਜ਼ੋਰਾਵਰ ਸਿੰਘ ਦੇ ਬਰਾਬਰ ਖੜ ਗਿਆ। ਕਹਿੰਦਾ ਵੀਰ ਹੁਣ ਦੇਖ ਤਾਂ ਮਿਲ ਕੇ ਮੈਂ ਤੇਰੇ ਬਰਾਬਰ ਹੋ ਗਿਆ ਨਾ। ਕਹਿੰਦੇ ਅਖੀਰ ਸਾਨੂੰ ਤੈਨੂੰ ਖਿਡਾਉਣਾ ਪਿਆ ਤੇ ਤੂੰ ਇਹੋ ਜਿਹੀ ਜੁਗਤੀ ਕੀਤੀ, ਉਦੋਂ ਵੀ ਤੂੰ ਬਾਜੀ ਜਿੱਤ ਗਿਆ ਤੇ ਇਹ ਵੀਰ ਅੱਜ ਫੇਰ ਤੂੰ ਬਾਜੀ ਜਿੱਤ ਗਿਆ। ਤੂੰ ਆਇਆ ਮੇਰੇ ਨਾਲੋਂ 2 ਸਾਲ ਬਾਅਦ ਦੁਨੀਆ ਤੇ, ਪਰ ਜਦੋਂ ਵੱਡੇ ਭਰਾਵਾਂ ਕੋਲੇ ਜਾਣ ਦਾ ਸਮਾਂ ਮਿਲਿਆ, ਦਾਦਾ ਜੀ ਦੇ ਚਰਨਾਂ ਵਿੱਚ ਜਾਣ ਦਾ ਸਮਾਂ ਮਿਲਿਆ ਤੇ ਅੱਜ ਤੂੰ ਮੇਰੇ ਤੋਂ ਪਹਿਲਾਂ ਜਾ ਰਿਹਾ। ਮੈਂ ਤਾਂ ਰੋ ਰਿਹਾ, ਤੂੰ ਉਹਦੇ ਵੀ ਬਾਜੀ ਜਿੱਤ ਗਿਆ, ਅੱਜ ਵੀ ਤੂੰ ਬਾਜੀ ਜਿੱਤ ਗਿਆ, ਤੂੰ ਪਹਿਲਾਂ ਚਲਾ ਜਾਵੇਂਗਾ, ਮੈਂ ਬਾਅਦ 'ਚ ਜਾਵਾਂਗਾ। ਕਹਿੰਦੇ ਇਸੇ ਤਰ੍ਹਾਂ ਉਹਨਾਂ ਨੇ ਇੱਟਾਂ ਚਿਣ ਦਿੱਤੀਆਂ, ਬਿਲਕੁਲ ਸਾਹਿਬਜ਼ਾਦੇ ਇੱਟਾਂ ਦੇ ਵਿੱਚ ਬੰਦ ਹੋ ਜਾਂਦੇ ਆ। ਹੌਲੀ ਹੌਲੀ ਸਾਹ ਰੁਕ ਗਿਆ, ਸਾਹ ਰੁਕਦਿਆਂ ਬੇਹੋਸ਼ ਹੋ ਗਏ ਹੈ। ਇਤਿਹਾਸ ਲਿਖਦਾ ਕਿ ਉਦੋਂ ਬਾਅਦ ਜਦੋਂ ਬੇਹੋਸ਼ ਹੋ ਜਾਂਦੀ ਹੈ, ਇੱਕ ਵਾਰੀ ਉਹ ਕੰਧ ਡਿੱਗਦੀ ਹੈ। ਹੁਣ ਜਦੋਂ ਕੰਧ ਡਿੱਗਦੀ ਹੈ, ਵਿਚਕਾਰ ਦੇ ਸਾਹਿਬਜ਼ਾਦੇ ਨੇ, ਕੁਝ ਇੱਟਾਂ ਉਹਨਾਂ ਦੇ ਥੱਲੇ ਆ ਗਈਆਂ, ਕੁਝ ਉੱਪਰ ਆ ਗਈਆਂ, ਇਸ ਤਰ੍ਹਾਂ ਇੱਟਾਂ ਦੇ ਵਿੱਚ ਦੱਬੇ ਜਾਂਦੇ ਹੈ। ਕਿਤੋਂ ਕਿਤੋਂ ਸਰੀਰ ਨੰਗਾ ਹੈ। ਫਿਰ ਸਾਸਲ ਵੇਗ ਨੂੰ ਕਿਹਾ ਜਾਂਦਾ ਹੈ, ਉਹ ਇਤਿਹਾਸ ਲਿਖਿਆ ਜਿਵਾਂ ਕਰਨਾ, ਇੱਕ ਹੁੰਦਾ ਉਹ ਸਾਧ ਸੰਗਤ ਜੀ ਹਲਾਲ ਕਰਨਾ, ਜਿਵੇਂ ਉਹ ਕਰਦੇ ਹੈਗੇ, ਫਿਰ ਵੀ ਇਸ ਤਰ੍ਹਾਂ ਕੋਈ ਵੀ ਪੀਸ ਉਹਨੂੰ ਕੱਟਦੇ ਆ। ਇੱਕ ਹੁੰਦਾ ਹੈ ਕਿ ਗਲ ਵੱਢ ਦੇਣਾ। ਇਹ 3-4 ਸਜ਼ਾਵਾਂ ਨੇ ਇਸਲਾਮ ਦੇ ਵਿੱਚ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ। ਇਹਨਾਂ ਨੂੰ ਕਹਿੰਦੇ ਜਿਵਾ ਕਰਨ ਵਾਲੀ ਉਹ ਸਜ਼ਾ ਦਿੱਤੀ ਗਈ ਹੈ। ਜਿਵੇਂ ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਿਹੜੀ ਸਜ਼ਾ ਦਿੱਤੀ ਸੀ, ਉਹਨੂੰ ਵੀ ਇੱਕ ਤਰ੍ਹਾਂ ਦੀ ਸਜ਼ਾ ਉਹਨਾਂ ਦੇ ਧਰਮ ਵਿੱਚ ਹੈ ਕਿ ਉਹਦੇ ਵਿੱਚ ਇਹ ਹੁੰਦਾ ਵੀ ਜਿਹੜੇ ਬੰਦੇ ਨੂੰ ਸ਼ਹੀਦ ਕਰਨਾ ਜਾਂ ਉਹਨੂੰ ਮਾਰਨਾ ਹੈ, ਉਹਦੇ ਖੂਨ ਦਾ ਕਤਰਾ ਧਰਤੀ ਦੇ ਉੱਪਰ ਨਹੀਂ ਡਿੱਗਣਾ। ਉਹਨੂੰ ਕਹਿੰਦੇ ਆ ਨਾਸਾ ਕਾਨੂੰਨ, ਨਾਸਾ ਦਾ ਕਾਨੂੰਨ, ਕਿ ਉਹ ਕਾਨੂੰਨ ਹੁੰਦਾ ਹੈ ਕਿ ਮਾਰਨ ਵਾਲੇ ਬੰਦੇ ਦੇ ਖੂਨ ਦਾ ਇੱਕ ਵੀ ਕਤਰਾ ਧਰਤੀ ਉੱਪਰ ਨਾ ਡਿੱਗੇ। ਕਹਿੰਦੇ ਨਹੀਂ ਤਾਂ ਜਿੱਥੇ ਸ਼ਹੀਦਾਂ ਦਾ ਖੂਨ ਡਿੱਗਦਾ ਉੱਥੇ ਹਜ਼ਾਰਾਂ ਹੀ ਹੋਰ ਤਿਆਰ ਹੋ ਜਾਂਦੇ ਆ। ਇਸ ਕਰਕੇ ਗੁਰੂ ਤੇਗ ਬਹਾਦਰ, ਗੁਰੂ ਅਰਜਨ ਦੇਵ ਜੀ ਨੂੰ ਉਹ ਸਜ਼ਾ ਦਿੱਤੀ ਗਈ ਕਿ ਤਵੀ ਦੇ ਉੱਪਰ ਬੈਠੇ ਨੇ, ਜੇ ਖੂਨ ਨਿਕਲਦਾ ਵੀ ਹੈ ਤਾਂ ਤਵੀ ਉੱਪਰ ਮੱਚੀ ਜਾਂਦਾ ਸਾਰਾ, ਉਹ ਬਾਹਰ ਨਹੀਂ ਤੋਂ ਕੱਢ ਗਿਆ। ਇਹ ਉਹਨਾਂ ਦੇ ਕਾਨੂੰਨ ਦੇ ਵਿੱਚ ਸਜ਼ਾਵਾਂ ਨੇ ਇਹੋ ਜਿਹੀਆਂ। ਸਾਹਿਬਜ਼ਾਦਿਆਂ ਨੂੰ ਫਿਰ ਉਹ ਸਜ਼ਾ ਦਿੱਤੀ ਗਈ। ਕਹਿੰਦੇ ਦੁਬਾਰਾ ਫਿਰ ਉਹਨਾਂ ਦੇ ਚਿਹਰਿਆਂ ਦੇ ਉੱਪਰ ਪਾਣੀ ਮਾਰਿਆ, ਥੋੜ੍ਹਾ ਹੋਸ਼ ਵਿੱਚ ਆਏ। ਫਿਰ ਪੁੱਛਿਆ ਜਾਂਦਾ ਵੀ ਸਾਹਿਬਜ਼ਾਦਿਓ ਹਜੇ ਵੀ ਮੌਕਾ ਹੈ, ਮੌਤ ਬਹੁਤ ਨੇੜੇ ਪਹੁੰਚ ਚੁੱਕੀ ਹੈ। ਸਾਹਿਬਜ਼ਾਦੇ ਬੋਲ ਤੇ ਨਹੀਂ ਸਕੇ, ਪਰ ਉਹਦੇ ਸਿਰ ਮਾਰਤੇ ਵੀ ਨਹੀਂ, ਸਾਨੂੰ ਨਹੀਂ ਮਨਜ਼ੂਰ ਹੈ ਤੁਹਾਡਾ ਧਰਮ। ਕਹਿੰਦੇ ਫਿਰ ਬਾਸਲ ਵੇਗ ਦੋਹਾਂ ਨੂੰ ਹੁਕਮ ਕੀਤਾ ਕਿ ਇਹਨਾਂ ਨੂੰ ਇੱਟਾਂ 'ਚੋਂ ਬਾਹਰ ਕੱਢੋ ਤੇ ਕੱਢ ਕੇ ਇਹਨਾਂ ਦੇ ਸਿਰ ਕਲਮ ਕਰ ਦਿਓ। ਸਾਧ ਸੰਗਤ ਜੀ ਦੋਹੇ ਜਿਹੜੇ ਜਲਾਦ ਹੈ, ਬੱਚੇ ਨਿੱਕੇ ਨਿੱਕੇ ਆ, ਕਹਿੰਦੇ ਸਾਥੀਆਂ ਦੇ ਉੱਪਰ ਗੋਡੇ ਰੱਖੇ ਦੋਹਾਂ ਨੇ, ਇੱਕ ਕੇਸ ਫੜੇ ਆ, ਇੱਥੋਂ ਧਰ ਤੇ ਕਹਿੰਦੇ ਇਸ ਤਰ੍ਹਾਂ ਪਹਿਲਾਂ ਜ਼ੋਰਾਵਰ ਸਿੰਘ ਨੂੰ ਉਹਦੇ ਮਾਰਿਆ। ਇਤਿਹਾਸ ਲਿਖਦਾ ਹੈ, ਕਹਿੰਦੇ ਜ਼ੋਰਾਵਰ ਸਿੰਘ ਜੀ ਬਾਬਾ ਜੀ ਤਾਂ ਉਦੋਂ ਵੀ ਪੂਰੇ ਹੋ ਜਾਂਦੇ ਆ। ਦੂਜਾ ਜਲਾਦ ਹੈ, ਉਹ ਕਹਿੰਦੇ ਨਿੱਕੇ ਸਾਹਿਬਜ਼ਾਦੇ ਦੇ ਹੁਣ 7 ਸਾਲ ਦੀ ਉਮਰ, ਕਿੰਨਾ ਕੁ ਜ਼ੋਰ ਹੁੰਦਾ ਬੱਚੇ ਦਾ, ਉਹਦੀ ਛਾਤੀ ਉੱਪਰ ਗੋਡੇ ਰੱਖ ਕੇ ਉਹਨੂੰ ਦੱਬ ਕੇ ਉਹਦਾ ਸਿਰ ਫੜ ਕੇ ਉਹਦੇ ਵੱਡਾ ਇਤਿਹਾਸ ਵਿੱਚ ਆਇਆ। ਕਹਿੰਦੇ 12 ਮਿੰਟ ਬਾਬਾ ਫਤਿਹ ਸਿੰਘ ਤੜਪਦਾ ਰਿਹਾ। 12 ਮਿੰਟ ਤੱਕ ਉਹਦੇ ਹੱਥ ਹਿਲਦੇ ਰਹੇ ਆ, ਪੈਰ ਹਿਲਦੇ ਰਹੇ ਆ। 12 ਮਿੰਟਾਂ ਬਾਅਦ ਬਾਬਾ ਫਤਿਹ ਸਿੰਘ ਸ਼ਾਂਤ ਹੋ ਜਾਂਦਾ ਹੈ, ਭਾਵ ਸਰੀਰ ਛੱਡ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਦੋਹੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਆ। ਖਿਲਰੀਆਂ ਇੱਟਾਂ ਕੋਲੇ ਪਈਆਂ ਨੇ ਔਰ ਸੂਬਾ ਸਰਹੰਦ ਹੁਕਮ ਕਰ ਦਿੰਦਾ ਹੈ ਵੀ ਕੋਈ ਵੀ ਇਹਨਾਂ ਦਾ ਸੰਸਕਾਰ ਨਾ ਕਰੇ। ਜਿਹੜਾ ਸੰਸਕਾਰ ਕਰੇਗਾ ਉਹਨੂੰ ਵੀ ਇਹਨਾਂ ਵਾਲੀ ਸਜ਼ਾ ਦਿੱਤੀ ਜਾਵੇਗੀ। ਤੇ ਨਾਲ ਹੁਕਮ ਕਰਤਾ ਹੈ, ਉਹ ਜਗ੍ਹਾ ਅੱਜ ਵੀ ਹੈਗੀ ਆ ਉੱਥੇ, ਜਿਹੜਾ ਆਪਾਂ ਪਹਿਲਾਂ ਵੀ ਕੱਲ੍ਹ ਗੱਲ ਕੀਤੀ, ਹੰਸਲਾ ਨਦੀ ਇੱਕ ਨਾਲ ਵਗਦੀ ਹੁੰਦੀ ਸੀ। ਉਸੇ ਦਾ ਹੀ ਪਾਣੀ ਬੁਰਜ ਨੂੰ ਲੱਗਦਾ ਹੁੰਦਾ ਸੀ ਤੇ ਉਹ ਹੰਸਲਾ ਨਦੀ ਦੇ ਵਿੱਚ ਜਾ ਕੇ ਖਾਲੀ ਸੀ, ਉੱਥੇ ਛੁਡਵਾ ਦਿੱਤਾ ਵੀ ਉੱਥੇ ਸੁੱਟ ਦੇਵੋ।
ਜੰਗਲ ਦੇ ਪਸ਼ੂ ਜਾਨਵਰ ਜਿਹੜੇ ਹੈ ਉਹ ਇਹਨਾਂ ਦੀਆਂ ਲਾਸ਼ਾਂ ਨੂੰ ਖਾ ਜਾਣਗੇ। ਅੱਜ ਵੀ ਆਪਾਂ ਜਾਈਏ ਨਾ ਚਮਕੌਰ ਸਾਧ ਸੰਗਤ ਫਤਿਹਗੜ੍ਹ ਸਾਹਿਬ, ਕੋਈ ਜਗ੍ਹਾ ਮੇਰੇ ਖਿਆਲ ਨਹੀਂ ਕਿਸੇ ਨੇ ਵੇਖੀ ਹੋਣੀ, ਬਹੁਤ ਘੱਟ ਜਾਂਦੇ ਆ। ਆਪਾਂ ਠੰਡਾ ਬੁਰਜ ਵੀ ਵੇਖਦੇ ਹਾਂ, ਫਿਰ ਮੇਨ ਜਿੱਥੇ ਕੰਧਾਂ 'ਤੇ ਚਿਣੇ ਗਏ ਆ ਉਹ ਹੇਠਾਂ ਉਤਰਦੇ ਆ। ਉਦੋਂ ਅੱਗੇ ਲੰਗਰ, ਉਹਦੇ ਪਿਛਲੇ ਪਾਸੇ ਇੱਕ ਜਗ੍ਹਾ ਹੈ, ਉਹ ਬਹੁਤ ਨੀਵੀਂ ਜਗ੍ਹਾ ਹੈ। ਉਹ ਨਦੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਸੁੱਟਿਆ ਗਿਆ ਸੀ ਇਸ ਕਰਕੇ ਕਿ ਇਹਨਾਂ ਦਾ ਕੋਈ ਸੰਸਕਾਰ ਨਾ ਕਰ ਸਕੇ। 13 ਪੋਹ ਦਾ ਦਿਨ ਹੈ, ਦੁਪਹਿਰ ਦਾ ਸਮਾਂ ਹੈ। ਜਦੋਂ ਕਿਹਾ ਵੀ ਇਹਨਾਂ ਦੀਆਂ ਲਾਸ਼ਾਂ ਚੁੱਕੋ, ਤੇ ਉਧਰ ਮਾਤਾ ਗੁਜਰ ਕੌਰ ਜੀ ਨੂੰ ਸਾਧ ਸੰਗਤ ਜਦੋਂ ਸਾਹਿਬਜ਼ਾਦੇ ਜਾਂਦੇ ਹੈ, ਸ਼ਹੀਦ ਹੋ ਜਾਂਦੇ ਹੈ, ਤੇ ਮਾਤਾ ਗੁਜਰ ਕੌਰ ਜੀ ਵੇਖਦੀ ਹੈ, ਪਰ ਪਤਾ ਨਹੀਂ ਲੱਗਦਾ ਕੁਛ ਦੂਰੋਂ ਵੀ ਕੀ ਹੋ ਰਿਹਾ ਹੈ। ਕਹਿੰਦੇ ਉਹਨੂੰ ਮੋਤੀ ਮਹਿਰੇ ਨੇ ਜਾ ਕੇ ਦੱਸਿਆ। ਜਦੋਂ ਉਹਦੇ ਕੋਲੇ ਪਹੁੰਚਦਾ ਹੈ ਨਾ, ਜਾ ਕੇ ਰੋ ਪੈਂਦਾ ਹੈ। ਉਹ ਮਾਂ ਪੁੱਛਦੀ ਹੈ, ਪੁੱਤ ਦੱਸਦਾ ਸਹੀ ਹੋਇਆ ਕੀ ਹੈ, ਮੇਰੇ ਲਾਲਾ ਦਾ ਕੀ ਹੋਇਆ? ਕਹਿੰਦੇ ਅੱਗੇ ਉਹ ਬੋਲਿਆ ਨਹੀਂ ਜਾਂਦਾ ਉਹਦੇ ਤੋਂ, ਤੇ ਰੋਂਦਾ ਤੇ ਦੱਸ ਰਿਹਾ ਹੈ। ਚਿਣਤੇ ਵਿੱਚ ਨੀਹਾਂ ਦੇ ਸੋਹਣੇ ਲਾਲ ਮਾਤਾ ਜੀ ਤੇਰੇ, ਚਿਣਤੇ ਵਿੱਚ ਨੀਹਾਂ ਦੇ ਸੋਹਣੇ ਲਾਲ ਮਾਤਾ ਜੀ ਤੇਰੇ, ਚਿਣਤੇ ਵਿੱਚ ਚਿਣਤੇ ਵਿੱਚ ਨੀਹਾਂ ਦੇ ਸੋਹਣੇ ਲਾਲ ਮਾਤਾ ਜੀ ਤੇਰੇ, ਚਿਣਤੇ ਵਿੱਚ ਨੀਹਾਂ ਦੇ ਸੋਹਣੇ ਲਾਲ ਮਾਤਾ ਜੀ ਤੇਰੇ, ਚਿਣਤੇ ਵਿੱਚ ਸੋਹਣੇ ਲਾਲ ਮਾਤਾ ਜੀ ਤੇਰੇ, 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 ਚਿਣਤੇ ਵਿੱਚ ਨੀਹਾਂ ਦੇ ਸੋਹਣੇ ਲਾਲ ਮਾਤਾ ਜੀ ਤੇਰੇ, ਚਿਣਤੇ ਵਿੱਚ ਨੀਹਾਂ ਦੇ ਸੋਹਣੇ ਲਾਲ ਮਾਤਾ ਜੀ ਤੇਰੇ, ਚਿਣਤੇ ਚਿਣਤੇ ਵਿੱਚ ਨੀਹਾਂ ਦੇ ਸੋਹਣੇ ਲਾਲ ਮਾਤਾ ਜੀ ਤੇਰੇ। ਕਿਹਾ ਮਾਤਾ ਤੇਰੇ ਹਾਰ ਦੇ ਮੋਤੀ, ਤੇਰੇ ਸੋਹਣੇ ਲਾਲ ਬੈਰੀਆਂ ਨੇ ਕੋਹ ਕੋਹ ਕੇ ਮਾਰ ਦਿੱਤੇ। ਤੇ ਸਾਧ ਸੰਗਤ ਜੀ ਇਤਿਹਾਸ ਵਿੱਚ ਕਈ ਜਗ੍ਹਾ ਲਿਖਿਆ ਕਿ ਮਾਤਾ, ਕਿਉਂਕਿ ਉਹਦੇ ਕੋਲੇ ਸ਼ਕਤੀ ਸੀ, ਆਪਣੇ ਆਪ ਹੀ ਸਵਾਸ ਤਿਆਗ ਜਾਂਦੀ ਹੈ। ਤੇ ਕਈ ਜਗ੍ਹਾ ਕਿ ਫਿਰ ਜਲਾਦਾਂ ਨੇ ਉਹਨੂੰ ਵੀ ਸ਼ਹੀਦ ਕੀਤਾ, ਕਿ ਉੱਪਰੋਂ ਛੱਟ ਕੇ ਮਾਤਾ ਨੂੰ ਸ਼ਹੀਦ ਕੀਤਾ ਬੁਰਜ ਵਿੱਚੋਂ। 140 ਫੁੱਟ ਉੱਚਾ ਸੀ ਉਹ, ਇਹਦੇ ਉੱਪਰੋਂ ਛੱਟ ਕੇ ਮਾਤਾ ਨੂੰ ਸ਼ਹੀਦ ਕੀਤਾ। ਔਰ ਤਿੰਨਾਂ ਦੀਆਂ ਲਾਸ਼ਾਂ ਨੂੰ ਚੁੱਕ ਕੇ ਉਹ ਜਿਹੜੀ ਹੰਸਲਾ ਨਦੀ ਵਗਦੀ ਉਹਦੇ ਕਿਨਾਰੇ ਉੱਥੇ ਵਿੱਚ ਡੂੰਘੀ ਥਾਂ 'ਤੇ ਸੁੱਟ ਕੇ ਆ ਗਏ। ਔਰ ਇਹ ਸੋਚ ਕੇ ਕਿ ਕੋਈ ਜਾਨਵਰ ਆਵੇਗਾ ਇਹਨਾਂ ਨੂੰ ਖਾਵੇਗਾ, ਖਾ ਜਾਵੇਗਾ। ਸਾਧ ਸੰਗਤ ਯਾਦ ਰੱਖਣਾ ਵੀ 13 ਪੋਹ ਨੂੰ ਉਹਨਾਂ ਨੂੰ ਸੁੱਟਿਆ। 13 ਪੋਹ ਦੀ ਰਾਤ ਲੰਘਦੀ ਹੈ, 14 ਪੋਹ ਦਾ ਦਿਨ ਲੰਘਦਾ ਹੈ, 14 ਪੋਹ ਦੀ ਰਾਤ ਲੰਘਦੀ ਹੈ। 15 ਪੋਹ ਤੱਕ ਜਿੰਨੇ ਟਾਈਮ 'ਚ ਆਪਣਾ ਅਖੰਡ ਪਾਠ ਪੂਰਾ ਹੁੰਦਾ ਨਾ, ਕੰਨਾਂ 'ਚ 48 ਘੰਟਿਆਂ 'ਚ ਇੰਨਾ ਚਿਰ 48 ਘੰਟੇ ਤਿੰਨੇ ਲਾਸ਼ਾਂ ਉੱਥੇ ਪਈਆਂ ਰਹੀਆਂ ਨੇ। ਔਰ ਸਭ ਤੋਂ ਵੱਡੀ ਗੱਲ ਕੀ ਹੈ, ਜਿਨ੍ਹਾਂ ਨੇ ਇਹ ਸੋਚਿਆ ਸੀ ਵੀ ਇਹਨਾਂ ਨੂੰ ਜਾਨਵਰ ਖਾ ਜਾਣਗੇ, ਕਹਿੰਦੇ ਸ਼ੇਰ ਪਹਿਰਾ ਦਿੰਦਾ ਰਿਹਾ ਉਹਨਾਂ ਦਾ। ਅੱਜ ਤੁਸੀਂ ਜਾਓ ਨਾ ਗੁਰਦੁਆਰੇ ਵਿੱਚ, ਜ਼ਰੂਰ ਕਦੇ ਜਾਵੋ ਤੇ ਦਰਸ਼ਨ ਕਰਿਓ। ਆਪਾਂ ਠੰਡਾ ਬੁਰਜ ਦਰਸ਼ਨ ਕਰਦੇ ਹਾਂ, ਜੋਤੀ ਸਰੂਪ ਗੁਰਦੁਆਰਾ ਜਿੱਥੇ ਸੰਸਕਾਰ ਕੀਤਾ ਉਹ ਵੀ ਕਰਦੇ ਹਾਂ। ਇਹ ਮੇਨ ਜਿਹੜਾ ਗੁਰਦੁਆਰਾ ਹੈ ਜਿੱਥੇ ਨੀਹਾਂ ਵਿੱਚ ਸ਼ਹੀਦ ਕੀਤਾ, ਉਹਦੇ ਤੋਂ ਥੋੜ੍ਹਾ ਜਿਹਾ ਪਿੱਛੇ ਆ, ਮਸਾਂ ਕੁਝ ਕਿੱਲਿਆਂ ਦਾ ਫਰਕ ਆ, ਕੋਈ ਕਿਲੋਮੀਟਰਾਂ ਦਾ ਨਹੀਂ ਹੈ। ਕਿਉਂਕਿ ਉਹ ਗੁਰਦੁਆਰਾ ਨਿਹੰਗ ਸਿੰਘਾਂ ਗੁਰੂ ਦੀਆਂ ਲਾਡਲੀਆਂ ਪਿੰਡਾਂ ਉਹ ਸੇਵਾ ਨਿਭਾ ਰਹੇ ਆ ਉੱਥੇ, ਉਹਨਾਂ ਦੇ ਅਧੀਨ ਵਿੱਚ ਆ। ਹੁਣ ਉਹ ਆਪਾਂ ਨੂੰ ਥੋੜ੍ਹਾ ਦੇਖਣ ਨੂੰ ਲੱਗਦਾ ਕਿ ਭੂਰਾ ਬਣਿਆ, ਕਿਉਂਕਿ ਉਸ ਟਾਈਮ ਪਰ ਉਹ ਜਗ੍ਹਾ ਨੀਵੀਂ ਸੀ। ਉਹ ਜਗ੍ਹਾ ਥੱਲੇ ਇੱਕ ਕਮਰਾ ਬਣਾਇਆ, ਉਹਦੇ ਉੱਪਰ ਹੋਰ ਗੁਰਦਾ, ਇਸ ਕਰਕੇ ਹੁਣ ਉਹ ਲੱਗਦਾ ਵੀ ਜਿਵੇਂ ਭੂਰਾ ਬਣਿਆ ਹੁੰਦਾ। ਉੱਥੇ ਅੱਜ ਵੀ 3 ਥੜੇ ਬਣੇ ਹੋਏ ਆ।
ਇੱਕ ਥੜੇ ਉੱਪਰ ਲਿਖਿਆ ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ। ਭਾਵੇਂ ਜਿੱਥੇ ਜਿੱਥੇ ਉਲਾਸਾਂ ਛੱਟੀਆਂ ਸਨ ਉਹਦੇ ਥਾਂ 'ਤੇ ਥੜੇ ਬਣੇ ਆ, ਔਰ ਥੜਿਆਂ ਦੇ ਆਲੇ ਦੁਆਲੇ ਵੱਡੇ ਵੱਡੇ ਸ਼ੇਰ ਰੱਖੇ ਹੋਏ ਆ। ਸਾਡਿਆਂ ਦੀਆਂ ਚੀਕਾਂ ਨਿਕਲਦੇ ਵੀ ਸ਼ੇਰ ਕਿਉਂ ਰੱਖਦੇ ਤੇ ਸ਼ੇਰ ਨੇ ਕਿਤੇ ਕੁੱਤੇ ਰੱਖੀਏ ਕਿ ਬਿੱਲੀਆਂ ਰੱਖੀਏ। ਸਾਧ ਸੰਗਤ, ਸ਼ੇਰਾਂ ਦਾ ਇਤਿਹਾਸ ਸਾਡੇ ਨਾਲ ਬਹੁਤ ਜ਼ਿਆਦਾ ਹੈ। ਸ਼ੇਰਾਂ ਨੇ ਰਾਖੀ ਕੀਤੀ ਹੈ ਸਾਹਿਬਜ਼ਾਦਿਆਂ ਦੀ। 3 ਦਿਨ ਸ਼ੇਰ ਰਾਖੀ ਕਰਦੇ ਰਹੇ ਆ। ਲੋਕਾਂ ਨੂੰ ਤਾਂ ਖਾਂਦੇ ਆ, ਪਰ ਗੁਰੂ ਦੇ ਪੁੱਤਰਾਂ ਦੀ ਰਾਖੀ ਕੀਤੀ ਹੈ। 3 ਦਿਨ ਉਹ ਸਾਧ ਸੰਗਤ ਜੀ ਉਸ ਦੀ ਤਰ੍ਹਾਂ ਸੇਵਾ ਨਿਭਾਉਂਦੇ ਰਹੇ ਹੈ। ਉਹਨਾਂ ਦੀ ਯਾਦ ਵਿੱਚ ਅੱਜ ਵੀ ਉਹ 3 ਥੜੇ ਆ, ਔਰ 3 ਥੜਿਆਂ ਦੇ ਕੋਲੇ ਸ਼ੇਰ ਬਿਠਾਏ, ਇੱਕ ਸੱਜੇ ਖੱਬੇ ਸ਼ੇਰ ਬੈਠੇ ਆ। ਜਦੋਂ ਕੋਈ ਜਾਂਦਾ ਨਾ, ਜੇ ਤਾਂ ਮਨਮਤ ਹੋਵੇ ਕਹਿੰਦੇ ਵੀ ਸ਼ੇਰ ਕੋ ਰੱਖੀ ਵੇ ਇੱਥੇ, ਤੇ ਫਿਰ ਅੱਗੋਂ ਜਵਾਬ ਉਹ ਨਹੀਂ ਦਿੰਦੇ ਉਹਨਾਂ ਨੂੰ। ਉੱਥੇ ਜਵਾਬ ਜਾ ਕੇ ਲਓ ਵੀ ਸ਼ੇਰ ਕਿਉਂ ਰੱਖੇ ਆ, ਕਿਉਂਕਿ ਉਹਨਾਂ ਦਾ ਜਵਾਬ ਝੱਲੇ ਵੀ ਨਹੀਂ ਜਾਂਦੇ ਸਾਡੇ ਵਰਗਿਆਂ ਤੋਂ। ਇਸ ਕਰਕੇ ਸਾਧ ਸੰਗਤ ਜੀ ਉਹ ਯਾਦ ਦਿਵਾਉਂਦੇ ਹੈ ਕਿ ਇਹ ਸ਼ੇਰਾਂ ਨੇ ਰਾਖੀ ਕੀਤੀ ਸੀ। 3 ਦਿਨ 48 ਘੰਟੇ 3 ਲਾਸ਼ਾਂ ਕੋਲ ਸ਼ੇਰ ਬੈਠੇ ਰਹੇ ਆ, ਉਹ ਉਹਨਾਂ ਦੀ ਯਾਦ ਵਿੱਚ ਹੈ। ਉੱਥੋਂ ਫਿਰ ਤੀਜੇ ਦਿਨ ਲਾਸ਼ਾਂ ਚੁੱਕੀਆਂ ਜਾਂਦੀਆਂ ਨੇ, ਜਿਨ੍ਹਾਂ ਦਾ ਜਿੱਥੇ ਗੁਰਦੁਆਰਾ ਸਾਹਿਬ ਜੋਤੀ ਸਰੂਪ ਬਣਿਆ ਹੋਇਆ ਹੈ, ਉੱਥੇ ਜਾ ਕੇ ਉਹ ਜਗ੍ਹਾ ਸੀ ਫਤਿਹਗੜ੍ਹ ਸਾਹਿਬ ਦੀ, ਜਿੱਥੇ ਸ਼ਹੀਦ ਕੀਤਾ ਇਹ ਸੀ ਸਰਹੰਦ। ਉੱਥੇ ਜਾ ਕੇ ਉਹ ਜਗ੍ਹਾ ਦਾ ਮੁੱਲ ਸਾਧ ਸੰਗਤ ਜੀ ਉਸ ਟਾਈਮ ਇਤਿਹਾਸ ਦੇ ਵਿੱਚ ਲਿਖਿਆ ਵੀ 78,000, 78 ਹੁੰਦਾ 78,000 ਮੋਹਰਾਂ ਖੜੀਆਂ ਵਿਛਾ ਕੇ। ਉਹਨਾਂ ਦੀ ਕੀਮਤ ਕਿੰਨੀ ਬਣਦੀ ਸੀ ਉਸ ਟਾਈਮ ਤੇ ਰੁਪਈਆਂ ਦੇ ਵਿੱਚ? ਆਪਾਂ ਨੂੰ ਤਾਂ ਆਉਂਦੀ ਨਹੀਂ ਪਤਾ, ਹਜ਼ਾਰਾਂ ਤੱਕ ਹੀ ਮੈਂ ਲੱਖ ਵੀ ਕਹਿ ਦਈਏ ਨਾ, 1.25 ਲੱਖ ਕਹਿੰਦੇ, 1.25 ਲੱਖ ਕਿੰਨਾ ਹੁੰਦਾ ਉਹ ਨਹੀਂ ਪਤਾ ਹੁੰਦਾ। ਉਹਦੀ ਉਦੋਂ ਬਣਦੀ ਹੈ 2 ਅਰਬ ਤੇ 50 ਕਰੋੜ ਦੇ ਕਰੀਬ। ਹੁਣ ਪਤਾ ਹੀ ਨਹੀਂ ਵੀ ਅਰਬ ਕਿੰਨਾ ਹੁੰਦਾ, ਕਰੋੜ ਕਿੰਨਾ ਹੁੰਦਾ। ਉਹ ਸਾਡੀ ਤਾਂ ਲੱਖ ਤੇ ਆ ਕੇ ਗਿਣਤੀ ਖੜ ਜਾਂਦੀ ਹੈ ਵੀ ਜੇ ਆਪਾਂ 100,000 ਕਰੀਏ 1 ਲੱਖ ਬਣਦਾ, 100 ਲੱਖ ਕਰੀਏ 1 ਕਰੋੜ ਬਣਦਾ, 100 ਕਰੋੜ ਕਰੀਏ 1 ਅਰਬ ਬਣਦਾ, 100 ਅਰਬ ਕਰੀਏ ਤੇ 1 ਖਰਬ ਬਣਦਾ। ਹੁਣ ਉੱਥੇ ਆ 2 ਅਰਬ, ਦੇਖੋ ਉਹਦੀ ਕਿੰਨੀ ਜ਼ਿਆਦਾ ਕੀਮਤ ਬਣ ਜਾਂਦੀ ਹੈ। 100 ਕਰੋੜ ਦਾ 1 ਅਰਬ ਬਣਦਾ, 200 ਕਰੋੜ ਦਾ 2 ਅਰਬ ਬਣਿਆ। ਭਾਵ ਇੰਨੀ ਜ਼ਿਆਦਾ 2 ਅਰਬ 50 ਕਰੋੜ ਦੀ ਉਦੋਂ ਦੀ ਕੀਮਤ ਉਸ ਜ਼ਮੀਨ ਦੀ ਹੈ। ਜ਼ਮੀਨ ਕਿੰਨੀ ਕੁ ਲਈ ਸੀ? 1 ਮੰਜੇ ਜਿੰਨੀ। 1 ਮੰਜੇ ਦੇ ਵਿੱਚ 3 ਫੁੱਟ ਚੌੜਾ ਹੁੰਦਾ ਹੈ, ਵੱਧ ਤੋਂ ਵੱਧ 5 ਫੁੱਟ ਲੰਬਾਈ ਹੁੰਦੀ ਹੈ। ਇੰਨੀ ਕੁ ਜਗ੍ਹਾ ਮੁੱਲ ਖਰੀਦਣ ਵਾਸਤੇ ਸਾਧ ਸੰਗਤ ਜੀ ਉਹ ਭਾਈ ਟੋਡਰ ਮੱਲ ਨੇ ਆਪਣਾ ਸਾਰਾ ਕੁਝ ਹੀ ਵੇਚ ਦਿੱਤਾ। ਸੋ ਸਮਾਂ ਉਨੀ ਹੈ ਕਿ ਉਹਨਾਂ ਦਾ ਇਤਿਹਾਸ ਵੀ ਉਹ ਕੱਲ੍ਹ ਨੂੰ ਸੰਗਤਾਂ ਦੀ ਸੇਵਾ ਵਿੱਚ ਆਪਾਂ ਨਾਨਕਸਰ ਵੀ ਰੱਖਿਆ ਗਿਆ। ਸਿਰਫ ਉਹੀ ਭਾਈ ਟੋਡਰ ਮੱਲ ਅਤੇ ਬਾਬਾ ਮੋਤੀ ਰਾਮ ਮਹਿਰਾ, ਉਹਨਾਂ ਦਾ ਪਿਛੋਕੜ ਕੀ ਸੀ, ਉਹ ਕੌਣ ਸੀ, ਔਰ ਉਹਨਾਂ ਨੇ ਸੇਵਾ ਕੀਤੀ ਅਤੇ ਸੇਵਾ ਦਾ ਫਲ ਕਿੱਡਾ ਉਹਨੂੰ ਭੁਗਤਾਉਣਾ ਪਿਆ। ਅਤੇ ਇਸ ਕਰਕੇ ਸਾਧ ਸੰਗਤ ਜੀ ਉਹ ਜਗ੍ਹਾ ਦੇ ਉੱਪਰ ਫਿਰ ਤੀਜੇ ਦਿਨ 3 ਲਾਸ਼ਾਂ ਚੁੱਕੀਆਂ ਗਈਆਂ ਅਤੇ ਉਹ ਜਗ੍ਹਾ 'ਤੇ ਜਾ ਕੇ ਸੰਸਕਾਰ ਕੀਤਾ ਹੈ। ਅਤੇ ਇਸ ਕਰਕੇ ਇਹ ਜ਼ਰੂਰ ਇਹ ਜਗ੍ਹਾ ਆਪਾਂ ਵੇਖੀਏ, ਦਰਸ਼ਨ ਕਰੀਏ। ਅਤੇ ਸਾਧ ਸੰਗਤ ਇਹ ਸਾਡਾ ਬਹੁਤ ਵੱਡਮੁੱਲਾ ਇੱਕ ਇਤਿਹਾਸ ਹੈ। ਸੋ ਆਪਾਂ 4 ਦਿਨ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਸੰਗਤਾਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਕਿ ਆਪਾਂ 4 ਦਿਨ ਵਾਸਤੇ ਗੁਰੂ ਦੀਆਂ ਕਥਾ ਕਹਾਣੀਆਂ ਸਰਵਣ ਕੀਤੀਆਂ ਨੇ। ਹਰ ਦੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਕਿ ਉਹਨਾਂ ਦੀਆਂ ਕਹਾਣੀਆਂ ਇਹ ਸੁਣੀਏ ਸਾਧ ਸੰਗਤ ਤਾਂ ਹੀ ਪਤਾ ਲੱਗਦਾ ਹੈ। ਔਰ ਆਪਾਂ ਜਿੰਨੀਆਂ ਕੁ ਕਥਾ ਕਹਾਣੀਆਂ ਕਰ ਲਈਆਂ, ਇਹ ਵੀ ਨਹੀਂ ਕਹਿ ਸਕਦੇ ਕਿ ਅਸੀਂ ਇੱਥੇ ਐਂਡ ਕਰਦੀ ਹੈ। ਇਹ ਤਾਂ ਸਾਧ ਸੰਗਤ ਜੀ ਐਡਾ ਬੇਅੰਤ ਹੈ ਨਾ ਉਹਦਾ ਇਤਿਹਾਸ ਅਤੇ ਗੁਰੂ ਦੀ ਬਾਣੀ। ਮਹਾਰਾਜ ਕਹਿੰਦੇ ਬੇਅੰਤ ਗੁਣ ਤੇਰੇ ਕੀਰਤ ਗਾਵਾਂ ਰਾਮ। ਸਤਿਗੁਰੂ ਤੇਰੇ ਇਤਿਹਾਸ ਨੂੰ ਸੁਣਾ ਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਫੁੱਲ ਸਟਾਪ ਲਾਤਾ ਇੱਥੇ। ਨਾ ਤੇਰੀ ਬਾਣੀ ਨੂੰ ਪੜ੍ਹ ਕੇ ਕਹਿ ਸਕਦਾ ਕਿ ਜੋ ਬਾਣੀ ਮੈਂ ਅਰਥ ਕਰ ਦਿੱਤੇ ਉਹ ਬੰਦ ਹੋ ਗਈ। ਕਹਿੰਦੇ ਇਹ ਤਾਂ ਇੱਕ ਸਮੁੰਦਰ ਆ, ਸਮੁੰਦਰ ਦੇ ਵਿੱਚ ਜਿੰਨੀ ਕੋਈ ਡੂੰਘੀ ਚੁੱਭੀ ਮਾਰ ਲਵੇ ਨਾ, ਉਨੇ ਹੀ ਹੀਰੇ ਮੋਤੀ ਵੱਧ ਮਿਲ ਜਾਂਦੇ ਆ। ਇਸ ਕਰਕੇ ਕੋਈ ਇਹਦਾ ਅੰਤ ਨਹੀਂ ਪਾ ਸਕਦਾ। ਆਪਾਂ ਵੀ ਇਤਿਹਾਸ ਦਾ ਵੀ 4 ਦਿਨ ਆਪਾਂ ਇਤਿਹਾਸ ਨਾਲ ਤਾਂ ਸ਼ਾਇਦ ਮੁੱਕ ਗਿਆ, ਇੰਨਾ ਕੀ ਸੀ। ਕੋਈ ਨਵਾਂ ਸੁਣਾਵੇਗਾ ਉਹਦੇ ਵਿੱਚੋਂ ਹੋਰ ਪਤਾ ਨਹੀਂ ਕਿੰਨੀਆਂ ਨਵੀਆਂ ਗੱਲਾਂ ਕੱਢ ਕੇ ਸੁਣਾਵੇਗਾ। ਇਸ ਕਰਕੇ ਗੁਰੂ ਆਪ ਬੇਅੰਤ ਹੈ, ਗੁਰੂ ਦਾ ਇਤਿਹਾਸ ਵੀ ਬੇਅੰਤ ਹੈ। ਇਹਦੇ ਆਪਾਂ ਕਦੇ ਵੀ ਇਹ ਨਹੀਂ ਕਹਿ ਸਕਦੇ ਕਿ ਜੋ ਅਸੀਂ ਸੁਣਾਤਾ ਇਹ ਮੁੱਕ ਗਿਆ, ਜਾਂ ਅਸੀਂ ਜੋ ਸੁਣ ਲਿਆ ਇਹ ਮੁੱਕ ਗਿਆ। ਇਹ ਤਾਂ ਸਾਧ ਸੰਗਤ ਅਕੱਥ ਕਹਾਣੀ ਹੈ, ਨਾ ਕਦੇ ਮੁੱਕਣ ਵਾਲੀ ਹੈ ਅਤੇ ਨਾ ਹੀ ਇਹਨੂੰ ਕੋਈ ਮੁਕਾ ਸਕਦਾ।
ਨਾ ਸਿੱਖ ਮੁੱਕਿਆ ਤੇ ਨਾ ਸਿੱਖਾਂ ਦਾ ਇਤਿਹਾਸ ਮੁੱਕਣਾ। ਇਹ ਤੇ ਨਵਾਂ ਇਤਿਹਾਸ ਹੋਰ ਬਣਾ ਜਾਂਦੇ ਆ। ਹੁਣ 2 ਸਾਲਾਂ ਵਿੱਚ ਸਿੱਖਾਂ ਨੇ ਇਤਿਹਾਸ ਬਣਾਇਆ। ਅੱਗੇ ਤਾਂ ਆਪਾਂ ਸੁਣਿਆ ਸੀ, ਹੁਣ ਅੱਖਾਂ ਨਾਲ ਵੇਖਿਆ ਵੀ ਸਿੱਖ ਤੇ ਇਤਿਹਾਸ ਲਿਖਦੇ ਨਹੀਂ, ਇਹ ਤੇ ਬਣਾ ਜਾਂਦੇ ਆ ਆਪਣਾ ਇਤਿਹਾਸ। ਇਹ ਇਹੋ ਜਿਹੀ ਕੌਮ ਹੈ, ਇਤਿਹਾਸ ਬਣਾਉਂਦੀ ਹੈ, ਇਹ ਇਕੱਲਾ ਲਿਖਦੀ ਨਹੀਂ, ਇਹ ਪ੍ਰਤੱਖ ਬਣਾ ਜਾਂਦੇ ਹੈ। ਇਸ ਕਰਕੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜਿਨ੍ਹਾਂ ਨੇ 4 ਦਿਨ ਕਿਰਪਾ ਕੀਤੀ। ਆਪਾਂ ਗੁਰੂ ਦੀਆਂ ਕਥਾ ਕਹਾਣੀਆਂ ਸਰਵਣ ਕੀਤੀਆਂ। ਗੁਰੂ ਇਤਿਹਾਸ ਦੁਆਰਾ ਉਹ ਧੰਨ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ। ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਆਪਾਂ ਹਾਜ਼ਰੀ ਲਵਾਈ ਹੈ। ਇਹੋ ਅਰਦਾਸ ਕਿਰਪਾ ਕਰਨ, ਸਾਨੂੰ ਵੀ ਸਿੱਖੀ ਸਿਦਕ ਇਹ ਭਰੋਸਾ ਜਿਹੜਾ ਹੈ ਇਹ ਸਤਿਗੁਰੂ ਜੀ ਬਖਸ਼ਣ। ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ, ਇਸੇ ਤਰ੍ਹਾਂ ਹੀ ਸਾਡੇ ਤੇ ਮਿਹਰ ਕਰਨ, ਸਾਡੇ ਵੀ ਗਾਹਾਂ ਬੱਚਿਆਂ ਨੂੰ ਇਹੋ ਜਿਹਾ ਸਿਦਕ, ਇਹੋ ਜਿਹੀ ਸਿੱਖੀ ਪ੍ਰਾਪਤ ਹੋਵੇ। ਸੋ 40 ਦਿਨ ਬੋਲਦੇ ਹਾਂ, ਇਤਿਹਾਸ ਸਰਵਣ ਕਰਦਿਆਂ ਕਰਾਉਂਦਿਆਂ ਬਹੁਤ ਭੁੱਲਾਂ ਰਹਿ ਜਾਂਦੀਆਂ, ਕਿਉਂਕਿ ਗੁਰੂ ਦਾ ਇਤਿਹਾਸ ਬੇਅੰਤ ਹੈ। ਇੱਕ ਜੇਬਾਂ ਦੇ ਨਾਲ ਜਿਹਬਾ ਏਕ ਪਵਨ ਗੁਣ ਕਹੀਏ, ਇੱਕ ਜੀਵ ਉਹਦੇ ਗੁਣਾਂ ਨੂੰ ਗਾ ਨਹੀਂ ਸਕਦੀ। ਸੋ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਚਾਹੁੰਦੇ ਹਾਂ। ਗੁਰੂ ਸਾਹਿਬ ਔਰ ਸੰਗਤ ਬਖਸ਼ਣਯੋਗ ਹੈ। ਆਓ ਸਾਰੇ ਆਨੰਦ ਸਾਹਿਬ ਦੇ ਪਾਠ ਦੁਆਰਾ ਹਾਜ਼ਰੀ ਲਵਾਈਏ। ਉਸ ਤੋਂ ਬਾਅਦ ਆਪਾਂ ਅਰਦਾਸ ਔਰ ਗੁਰੂ ਕੀ ਹੁਕਮਨਾਮੇ ਸਰਵਣ ਕਰਨੇ ਜੀ। ਆਓ ਸਾਰੀ ਸੰਗਤ